ਸਤਿ ਸ਼੍ਰੀ ਅਕਾਲ, ਸਲਾਮ ਅਰਜ ਸਾਰੇ ਦੇਸ਼ ਵਿਦੇਸ਼ ਦੇ ਦਾਨਿਸ਼ਮੰਦ ਦਰਸ਼ਕਾਂ ਨੂੰ ਜੋ ਇਸ ਵਕਤ ਜੁੜੇ ਨੇ ਪ੍ਰੋਗਰਾਮ ਗਲੋਬਲ ਗੱਲਬਾਤ ਦੇ ਨਾਲ। ਬਾਗਾਂ ਤੇ ਰਾਗਾਂ ਦੇ ਸ਼ਹਿਰ ਪਟਿਆਲਾ ਤੋਂ ਮੈਂ ਪਰਮਿੰਦਰ ਸਿੰਘ ਟਿਵਾਣਾ। ਇਹ ਪ੍ਰੋਗਰਾਮ ਭਾਰਤੀ ਸਮੇਂ ਮੁਤਾਬਕ ਮੰਗਲਵਾਰ ਤੋਂ ਸ਼ਨੀਵਾਰ 5 ਦਿਨ ਰਾਤੀ 7:30 ਵਜੇ ਤੋਂ ਲੈ ਕੇ 8:30 ਵਜੇ ਤੱਕ ਪਟਿਆਲਾ ਸਟੂਡੀਓ 'ਚ ਪੇਸ਼ ਕੀਤਾ ਜਾਂਦਾ ਹੈ। ਇਸ ਪ੍ਰੋਗਰਾਮ ਨੂੰ ਤੁਸੀਂ ਇਸ ਵਕਤ ਸਾਡੇ ਕੈਨੇਡਾ ਵਾਲੇ ਚੈਨਲ ਪੰਜਾਬੀ ਦੇ ਨਾਂ 'ਤੇ ਬਣੇ ਫੇਸਬੁੱਕ ਪੇਜ 'ਤੇ ਵੇਖ ਸਕਦੇ ਹੋ ਅਤੇ ਇਸ ਦਾ ਰਿਪੀਟ ਵੀ ਤੁਸੀਂ ਚੈਨਲ ਪੰਜਾਬੀ ਦੇ YouTube ਪੇਜ 'ਤੇ ਵੇਖ ਸਕਦੇ ਹੋ। ਇਸ ਚੈਨਲਸ ਤੋਂ ਕੈਨੇਡਾ ਅਤੇ ਅਮਰੀਕਾ ਦੇ ਇਹ ਦੋਨੇ ਚੈਨਲਸ ਨੇ। ਗਲੋਬਲ ਪੰਜਾਬ ਅਮਰੀਕਾ ਦੇ ਵਿੱਚ ਚੈਨਲ ਪੰਜਾਬੀ TV ਕੈਨੇਡਾ ਦੇ ਵਿੱਚ ਆ, ਅਤੇ ਇਹਨਾਂ ਚੈਨਲਾਂ 'ਤੇ ਸਵੇਰ ਦੇ ਵਕਤ ਆਪਣਾ ਪ੍ਰੋਗਰਾਮ ਹੁੰਦਾ ਮੰਗਲਵਾਰ ਤੋਂ ਸ਼ਨੀਵਾਰ ਲਗਾਤਾਰ 5 ਦਿਨ ਸਵੇਰੇ 6 ਵਜੇ ਤੋਂ ਲੈ ਕੇ 7 ਵਜੇ ਤੱਕ ਹੁੰਦਾ ਪ੍ਰੋਗਰਾਮ ਹੈਲੋ ਗਲੋਬਲ ਪੰਜਾਬ। ਇਹਨਾਂ ਦੋਨੋਂ ਪ੍ਰੋਗਰਾਮਾਂ ਦੇ ਵਿੱਚ ਇੱਕ ਘੰਟੇ ਦੇ ਵਿੱਚ ਆਪਾਂ ਚਰਚਾ ਕਰਦੇ ਹਾਂ ਵੱਖ-ਵੱਖ ਮੁੱਦਿਆਂ 'ਤੇ, ਅਤੇ ਤੁਸੀਂ ਵੀ ਉਸ ਚਰਚਾ ਦੇ ਵਿੱਚ ਭਾਗ ਲੈ ਸਕਦੇ ਹੋ, ਆਪਣੇ ਜਜ਼ਬਾਤ ਖਿਆਲਾਤ ਕਹਿ ਸਕਦੇ ਹੋ। ਉਸ ਦੇ ਵਾਸਤੇ ਤੁਸੀਂ ਕਾਲ ਕਰਨੀ ਹੈ। ਸਾਡੇ ਗਲੋਬਲ ਪੰਜਾਬ ਟੈਲੀਵਿਜ਼ਨ ਦੇ ਇੰਡੀਆ ਦੇ ਪਟਿਆਲਾ ਦਾ ਹੈੱਡ ਆਫਿਸ ਦਾ ਨੰਬਰ ਹੈ 0175 5156 0175 ਪਟਿਆਲੇ ਦਾ ਕੋਡ ਹੈ, 500156 ਫ਼ੋਨ ਨੰਬਰ ਹੈ। ਇਸੇ ਤਰ੍ਹਾਂ ਇੰਟਰਨੈਸ਼ਨਲ ਕਾਲ ਨੰਬਰ ਹੈ 201 301 2785। ਅਤੇ ਗਲੋਬਲ ਪੰਜਾਬ ਟੈਲੀਵਿਜ਼ਨ ਦੇ ਪ੍ਰੋਗਰਾਮ ਦੁਨੀਆ ਭਰ ਦੇ ਵਿੱਚ ਵੇਖਣ ਵਾਸਤੇ ਤੁਸੀਂ ਸਾਡੀਆਂ ਜਿਹੜੀਆਂ ਐਪਲੀਕੇਸ਼ਨਸ ਨੇ ਉਹ ਐਮਾਜ਼ੋਨ ਫਾਇਰ ਤੋਂ, ਐਪਲ TV ਤੋਂ, ਰੋਕੋ ਤੋਂ, IPTV ਤੋਂ ਡਾਊਨਲੋਡ ਕਰ ਸਕਦੇ ਹੋ। ਅਤੇ ਇਸ ਦੇ ਨਾਲ ਨਾਲ ਜੇ ਫ਼ੋਨ ਦੇ ਜ਼ਰੀਏ ਵੇਖਣਾ ਤਾਂ ਫਿਰ ਔਨਡਰਾਇਡ 'ਤੇ ਆ ਇਸ 'ਤੇ ਜਾ ਸਕਦੇ ਹੋ। ਚੈਨਲ ਪੰਜਾਬੀ TV ਨੂੰ ਪੂਰੇ ਕੈਨੇਡਾ ਭਰ ਦੇ ਵਿੱਚ ਵੇਖਣ ਵਾਸਤੇ ਕੇਬਲ ਨੈਟਵਰਕ ਰੋਜ਼ਰ, ਬੈਲ, ਸ਼ਾਹ ਅਤੇ ਟੈਲਸ ਦੀਆਂ ਸੇਵਾਵਾਂ ਆਪ ਜੀ ਲੈ ਸਕਦੇ ਹੋ। ਅੱਜ ਬੜੇ ਅਹਿਮ ਮੁੱਦਿਆਂ 'ਤੇ ਗੱਲ ਕਰਨੀ ਹੈ। ਬੜੇ ਅਹਿਮ ਮਹਿਮਾਨ ਆਪਾਂ ਨਾਲ ਜੋੜਨੇ ਆ ਕਿ ਵੈਸੇ ਤਾਂ ਪੰਜਾਬੀ ਗੀਤਾਂ ਦੇ ਵਿੱਚ ਬਹੁਤ ਸਾਰੀ ਜਾਣਕਾਰੀ ਹੈ। ਗੀਤਾਂ ਰਾਹੀਂ ਦਿੱਤੀ ਜਾਣਕਾਰੀ ਸਾਨੂੰ ਸਦੀਵੀ ਚੇਤੇ ਰਹਿੰਦੀ ਹੈ, ਅਤੇ ਕਿਉਂਕਿ ਪੰਜਾਬੀ ਗੀਤਾਂ 'ਚ ਜੰਮਦੇ ਨੇ, ਗੀਤਾਂ 'ਚ ਮਰਦੇ ਨੇ, ਗੀਤਾਂ 'ਚ ਜਵਾਨ ਹੁੰਦੇ ਨੇ। ਤਰਸੇਮ ਜੱਸੜ ਦਾ ਇੱਕ ਗੀਤ ਆਇਆ ਸੀ, ਰੱਬ ਨਹੀਂ ਚਲਾਉਂਦਾ ਦੁਨੀਆ, ਦੁਨੀਆ ਚਲਾਉਂਦੇ ਲਿਊਮੀਨਾਟੀ। ਇਹ ਦੁਨੀਆ ਨੂੰ ਰੱਬ ਨਹੀਂ ਲਿਊਮੀਨਾਟੀ ਚਲਾ ਰਹੇ ਨੇ। ਇਹ ਸੱਚਾਈ ਹੈ ਜਿਸ ਤੋਂ ਪਰਦਾ ਨਹੀਂ ਉੱਠ ਰਿਹਾ। ਪੰਜਾਬ ਦੇ ਵਿੱਚ ਦੋ ਸ਼ਖਸੀਅਤਾਂ ਨੇ ਇਹਨਾਂ ਲੂਮੀਨਾਟੀ, ਜਾਇਨਵਾਦ, ਇਸ ਰੌਥਸਚਾਇਲਡ ਪਰਿਵਾਰ ਬਾਰੇ ਜਾਣਕਾਰੀ ਦਿੱਤੀ ਹੈ। ਇੱਕ ਤਾਂ ਡਾਕਟਰ ਦਲਜੀਤ ਸਿੰਘ ਜਿਹੜੇ ਅੱਖਾਂ ਦੇ ਅੰਤਰਰਾਸ਼ਟਰੀ ਮਾਹਰ ਸਰਜਨ ਸਨ, ਅੰਮ੍ਰਿਤਸਰ ਤੋਂ ਪਿਛਲੇ ਵਰੇ ਰੁਖਸਤ ਹੋ ਗਏ, ਆਮ ਆਦਮੀ ਪਾਰਟੀ 'ਚੋਂ ਆਏ ਸਨ। ਉਹਨਾਂ ਨੇ ਕੁਝ ਕਿਤਾਬਾਂ ਲਿਖੀਆਂ ਸਨ। ਅਤੇ ਜਾਂ ਫਿਰ ਪ੍ਰੋਫੈਸਰ ਕੇਵਲ ਕਲੋਟੀ ਨੇ ਦੁਆਬੇ ਤੋਂ, ਉਹਨਾਂ ਨੇ ਇਸ ਬਾਰੇ ਕਈ ਸਾਰੀਆਂ ਕਿਤਾਬਾਂ ਲਿਖੀਆਂ ਨੇ ਜਾਇਨਵਾਦ 'ਤੇ, ਰੌਥਸਚਾਇਲਡ 'ਤੇ, ਕਿ ਕਿਸ ਤਰ੍ਹਾਂ ਦੀ ਇਹ ਗੇਮ ਹੈ, ਕਿਵੇਂ ਇਹ ਦੁਨੀਆ ਨੂੰ ਚਲਾਉਂਦੇ ਨੇ। ਅੱਜ ਇਸ ਸੈਗਮੈਂਟ ਦੇ ਵਿੱਚ ਆਪਾਂ ਕਿ ਇਸ ਕਰੋਨਾ ਦਾ, ਇਸ ਮਹਾਂਮਾਰੀ ਦਾ ਰੌਥਸਚਾਇਲਡ, ਜਾਇਨਵਾਦ, ਲਿਊਮੀਨਾਟੀ ਇਹਨਾਂ ਅਦਾਰਿਆਂ ਦੇ ਨਾਲ ਕੀ ਤਾਲੁਕ ਹੈ, ਕਿਉਂਕਿ ਇਸ ਕਰੋਨਾ ਦੇ ਨਾਲ ਅੰਤਰਰਾਸ਼ਟਰੀ ਜਿਹੜੀ ਹੈ ਇਕੋਨਮੀ ਜੁੜੀ ਹੋਈ ਹੈ। ਇਸ ਬਾਰੇ ਆਪਾਂ ਗੱਲਬਾਤ ਕਰਨੀ ਹੈ ਪ੍ਰੋਫੈਸਰ ਕੇਵਲ ਕਲੋਟੀ ਸਾਹਿਬ ਹੋਰਾਂ ਦੇ ਨਾਲ। ਅਤੇ ਦੂਸਰਾ ਅੱਜ ਮਜ਼ਦੂਰ ਦਿਵਸ ਵੀ ਹੈ। ਸ਼ਿਕਾਗੋ ਦੇ ਉਹਨਾਂ ਸੰਘਰਸ਼ਸ਼ੀਲ ਮਜ਼ਦੂਰਾਂ ਨੂੰ ਅੱਜ ਦੇ ਦਿਨ 1 ਮਈ ਨੂੰ ਯਾਦ ਕੀਤਾ ਜਾਂਦਾ ਹੈ, ਪਰ ਇਸ ਦੇ ਵਿੱਚ ਮੈਂ ਸਮਝਦਾ ਕਿ ਕਾਫੀ ਸਮੱਸਿਆ ਜਿਹੜੀ ਮਜ਼ਦੂਰਾਂ ਨੂੰ ਅੱਜ ਵੀ ਦਰਪੇਸ਼ ਹੈ। ਆਪਣੇ ਹੱਕਾਂ ਦੇ ਵਾਸਤੇ ਜੂਝਦੇ ਹੋਏ ਸ਼ਿਕਾਗੋ ਦੇ ਸ਼ਹੀਦ ਸ਼ਹਾਦਤ ਨੂੰ ਪ੍ਰਾਪਤ ਹੋਏ ਸਨ, ਜਿਨ੍ਹਾਂ ਨੂੰ ਇਸ ਸਜਦਾ ਕੀਤਾ ਜਾਂਦਾ ਹੈ। ਦੂਸਰੇ ਬੰਨੇ ਕਰੋਨਾ ਦੇ ਕਾਰਨ ਜਿਸ ਤਰ੍ਹਾਂ ਦੇ ਹਾਲਾਤ ਬਣ ਰਹੇ ਨੇ ਉਹ ਬਹੁਤ ਚਿੰਤਾਜਨਕ ਨੇ। ਇਸ ਦੌਰਾਨ ਪੰਜਾਬ ਦੇ ਵਿੱਚ ਹਜ਼ੂਰ ਸਾਹਿਬ ਤੋਂ ਆਏ ਜਿਹੜੇ ਮਰੀਜ਼ ਨੇ ਉਹਨਾਂ ਦੀ ਤਾਦਾਦ ਲਗਾਤਾਰ ਵੱਧ ਰਹੀ ਹੈ। ਇਸ ਬਾਰੇ ਜਿਹੜੀ ਬਲੇਮ ਗੇਮ ਆਪਸ ਦੇ ਵਿੱਚ ਚੱਲ ਰਹੀ ਹੈ। ਸੋ ਇਸ ਦੌਰਾਨ ਪੰਜਾਬ ਦੇ ਵਿੱਚ ਅੱਜ 105 ਨਵੇਂ ਮਰੀਜ਼ ਹੈ ਜਿਹੜੇ ਉਹ ਆ ਗਏ ਨੇ, ਜਿਨ੍ਹਾਂ ਦੇ ਵਿੱਚ ਸ਼ਰਧਾਲੂ ਕਾਫੀ ਨੇ ਹਜ਼ੂਰ ਸਾਹਿਬ ਵਾਲੇ। ਅਤੇ ਪੰਜਾਬ ਦੇ ਵਿੱਚ ਕਰੋਨਾ ਪੀੜਤ ਮਰੀਜ਼ਾਂ ਦੀ ਗਿਣਤੀ 585 ਹੋ ਗਈ ਹੈ। ਸ਼ਾਇਦ ਆਪਣੇ ਪ੍ਰੋਗਰਾਮ ਕਰਦੇ 600 ਨੂੰ ਟੱਪ ਜੇ। ਇਸ ਦੌਰਾਨ ਜਿਹੜਾ ਕੇਂਦਰ ਸਰਕਾਰ ਨੇ ਵੀ ਭਾਰਤ ਭਰ ਦੇ ਵਿੱਚ ਜਿਹੜਾ ਲੋਕਡਾਊਨ ਕਰਫਿਊ ਹੈ ਜਿਹੜਾ 17 ਮਈ ਤੱਕ ਵਧਾਉਣ ਦਾ ਐਲਾਨ ਕਰ ਦਿੱਤਾ ਹੈ। ਅੱਜ ਜਿਹੜੇ ਸਭ ਤੋਂ ਜ਼ਿਆਦਾ ਮਾਮਲੇ ਨੇ ਉਹ ਸ਼੍ਰੀ ਅੰਮ੍ਰਿਤਸਰ ਦੇ ਵਿੱਚ ਆਏ ਨੇ, ਅਤੇ ਅੰਮ੍ਰਿਤਸਰ ਦੇ ਵਿੱਚ 48 ਨੇ, ਲੁਧਿਆਣਾ ਦੇ ਵਿੱਚ 13 ਨੇ, ਜਲੰਧਰ ਦੇ ਵਿੱਚ 16 ਨੇ, ਫਿਰੋਜ਼ਪੁਰ ਦੇ ਵਿੱਚ 15 ਨੇ, ਲੁਧਿਆਣਾ ਦੇ ਵਿੱਚ 13 ਨੇ, ਪਟਿਆਲਾ ਦੇ ਵਿੱਚ 1, ਫਤਿਹਗੜ੍ਹ ਸਾਹਿਬ 1, ਮੋਗਾ, ਫਾਜ਼ਿਲਕਾ 4, ਮੋਹਾਲੀ ਦੇ ਵਿੱਚ 6। ਇਹ ਟੋਟਲ 105 ਮਰੀਜ਼ ਨੇ ਜਿਹੜੇ ਇਹ ਕਰੋਨਾ ਦੇ ਅੱਜ ਹੋਰ ਪੀੜਤ ਪਾਏ ਗਏ ਨੇ। 20 ਲੋਕਾਂ ਦੀ ਮੌਤ ਹੋ ਚੁੱਕੀ ਹੈ, ਅਤੇ ਇਸ ਵਕਤ ਜਿਹੜੇ ਨੇ ਤਕਰੀਬਨ 110 ਦੇ ਕਰੀਬ ਮਰੀਜ਼ ਕਰੋਨਾ ਨੂੰ ਮਾਤ ਵੀ ਦੇ ਚੁੱਕੇ ਨੇ।
ਇਸ ਦੌਰਾਨ ਇਸ ਕਰੋਨਾ ਦੇ ਪਿੱਛੇ ਜਿਹੜੀ ਗੇਮ ਹੈ, ਜੋ ਬਲੇਮ ਗੇਮ ਹੈ, ਕਿਉਂਕਿ ਅਮਰੀਕਾ 'ਚ ਇਲੈਕਸ਼ਨ ਨੇ, ਹੋਰ ਜਗ੍ਹਾ ਇਲੈਕਸ਼ਨ ਨੇ, ਦੁਨੀਆ ਭਰ ਦੀ ਇਕੋਨਮੀ, ਚੀਨ ਦੀ ਇਕੋਨਮੀ, ਕਿ ਹਰ ਛੋਟੇ ਵੱਡੇ ਮੁਲਕ ਦੀ ਇਕੋਨਮੀ ਇਸ ਦੇ ਨਾਲ ਜੁੜੀ ਹੈ। ਸੋ ਇਸ ਬਾਰੇ ਆਪਾਂ ਪ੍ਰੋਫੈਸਰ ਕੇਵਲ ਕਰੋਟੀ ਹੋਰਾਂ ਨਾਲ ਅੱਜ ਵੱਧ ਤੋਂ ਵੱਧ ਗੱਲਬਾਤ ਕਰਨੀ ਹੈ। ਅਤੇ ਉਹ ਦੂਸਰੇ ਸੈਗਮੈਂਟ ਦੇ ਵਿੱਚ ਆਪਾਂ ਮਜ਼ਦੂਰ ਦਿਵਸ ਦੇ ਮੌਕੇ ਕੁਛ ਮਜ਼ਦੂਰ ਆਗੂਆਂ ਨਾਲ ਵੀ ਗੱਲ ਕਰਨੀ ਹੈ ਅਤੇ ਪ੍ਰੋਫੈਸਰ ਜਗਮੋਹਨ ਸਿੰਘ ਹੋਰਾਂ ਨਾਲ ਵੀ ਗੱਲ ਕਰਨੀ ਹੈ। ਸੋ ਇਸ ਵਕਤ ਪ੍ਰੋਫੈਸਰ ਕੇਵਲ ਕਰੋਟੀ ਜੀ, ਆਪ ਦਾ ਸਵਾਗਤ ਹੈ ਸਰ। ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ ਟਵਾਣਾ ਜੀ। ਕਰੋਟੀ ਸਾਹਿਬ ਸਤਿ ਸ਼੍ਰੀ ਅਕਾਲ ਜੀ। ਹਾਂਜੀ ਸਤਿ ਸ਼੍ਰੀ ਅਕਾਲ ਸਰ। ਪ੍ਰੋਫੈਸਰ ਸਾਹਿਬ, ਮੇਰੀ ਆਵਾਜ਼ ਆ ਰਹੀ ਹੈ ਆਪ ਜੀ ਨੂੰ? ਹਾਂ, ਤੁਹਾਡੀ ਆਵਾਜ਼ ਪਰ ਬਹੁਤ ਜ਼ਰਾ ਘੱਟ ਆ ਰਹੀ ਹੈ। ਮੇਰੀ ਠੀਕ ਆ ਰਹੀ ਨਾ? ਹਾਂ, ਤੁਹਾਡੀ ਆਵਾਜ਼ ਬਿਲਕੁਲ ਠੀਕ ਹੈ। ਪ੍ਰੋਫੈਸਰ ਸਾਹਿਬ, ਤੁਹਾਡਾ ਸਵਾਗਤ ਹੈ। ਠੀਕ ਹੈ ਇਹ ਥੋੜਾ ਜਿਹਾ ਆਪਣੇ ਕੋਲ ਸਮਾਂ ਬਹੁਤ ਥੋੜਾ, ਸਬਜੈਕਟ ਬਹੁਤ ਵੱਡਾ। ਇਹ ਰੌਥਸਚਾਈਲਡ ਲੂਮੀਨਾਟੀ ਜਾਇਨਵਾਦ ਹੈ ਕਿ ਕਦੋਂ ਸ਼ੁਰੂ ਹੋਇਆ ਤੇ ਕਿਵੇਂ ਇਹ ਅੱਗੇ ਪਨਪ ਰਿਹਾ ਤੇ ਕਿਵੇਂ ਕਰੋਨਾ ਦੇ ਨਾਲ ਇਸ ਦੀਆਂ ਤਾਰਾਂ ਨੂੰ ਤੁਸੀਂ ਜੁੜਿਆ ਵੇਖਦੇ ਹੋ ਇਕੋਨਮੀ ਦੇ ਆਧਾਰ ਤੇ? ਜੀ ਸਰ, ਵਾਕਈ ਤੁਹਾਡੀ ਗੱਲ ਹੈ। ਸਭ ਤੋਂ ਪਹਿਲੀ ਗੱਲ ਜੀ ਕਿ ਮੈਂ ਆਪਣੀ ਟਾਕ ਡਾਕਟਰ ਦਲਜੀਤ ਸਿੰਘ ਸੁਰਗਵਾਸੀ ਉਹਨਾਂ ਨੂੰ ਸਮਰਪਿਤ ਕਰਦਾ ਹਾਂ ਜੀ। ਡਾਕਟਰ ਦਲਜੀਤ ਸਿੰਘ, ਬੇਨਤੀ ਹੈ ਕਿ ਟੌਪਿਕ ਵਾਕਈ ਤੁਹਾਨੂੰ ਪਤਾ ਹੈ ਕਿ ਪਹਿਲਾਂ ਵੀ ਤੁਸੀਂ 9-10 ਘੰਟੇ ਲਗਾਤਾਰ ਮੇਰੇ ਭਾਸ਼ਣ ਕਰਵਾਏ, ਉਹ ਕਾਫੀ ਲੰਬਾ ਚੌੜਾ ਹੈ, ਪਰ ਮੈਂ ਸੰਖੇਪ 'ਚ ਦੱਸ ਦੇਣਾ ਵਾਂ ਕਿ ਜ਼ਾਇਨ ZION ਇੱਕ ਪਹਾੜੀ ਦਾ ਨਾਂ ਹੈ ਜਿਹੜੀ ਕਿ ਇਜ਼ਰਾਈਲ ਵਿੱਚ ਸਥਿਤ ਹੈ ਜੀ। ਔਰ ਉੱਥੇ ਰੱਬ ਨੇ ਉਹਨਾਂ ਦੇ ਨਾਮ ਦਾ, ਯਹੋਵਾ ਉਹਨਾਂ ਦਾ ਰੱਬ ਦਾ ਨਾਂ ਹੈ, ਉਹਨੇ ਪ੍ਰਗਟ ਹੋ ਕੇ ਮੋਜ਼ਸ ਨੂੰ ਕੁਝ ਭਾਸ਼ਣ ਦਿੱਤੇ, ਵਿਚਾਰ ਦਿੱਤੇ, ਹੁਕਮ ਦਿੱਤੇ ਵਗੈਰਾ ਵਗੈਰਾ, ਜਿਹਨੂੰ ਕਿ ਓਲਡ ਬਾਈਬਲ, ਓਲਡ ਟੈਸਟਮੈਂਟ ਵਿੱਚ ਦਰਜ ਕੀਤਾ ਗਿਆ। ਉਹਦੇ ਤੋਂ ਬਾਅਦ ਹੌਲੀ ਹੌਲੀ ਇਸ ਬਾਈਬਲ ਨੂੰ ਇੱਕ ਦਾਰਸ਼ਨਿਕਤਾ ਦਾ ਰੂਪ ਦਿੱਤਾ ਗਿਆ ਔਰ ਉਸ ਦਾਰਸ਼ਨਿਕਤਾ ਨੂੰ ਜ਼ਿਓ ਪਹਾੜੀ ਦੇ ਨਾਂ ਤੋਂ ਲੈ ਕੇ ਇਹਨੂੰ ਜ਼ਿਓਨਿਜ਼ਮ ਕਿਹਾ ਗਿਆ ਜੀ। ਤੇ ਪੰਜਾਬੀ ਵਿੱਚ ਅਸੀਂ ਇਸ ਨੂੰ ਜ਼ਾਇਨਵਾਦ, ਪੰਜਾਬੀ ਚ ਉਚਾਰਨ ਇਸ ਦਾ ਜ਼ਾਇਨਵਾਦ ਹੈ। ਜ਼ਾਇਨਵਾਦ ਬਕਾਇਦਾ ਤੌਰ ਤੇ ਜਿਹੜਾ ਹੈ ਨਾ ਜੀ, ਇਹ 1773 ਚ ਇੱਕ ਰੌਥਸਚਾਈਲਡ ਨਾਂ ਦਾ ਵਿਅਕਤੀ ਹੈ, ਉਹਦੇ ਪਰਿਵਾਰ ਦੇ ਇੱਕ ਮੈਂਬਰ ਤੋਂ ਸ਼ੁਰੂ ਹੁੰਦਾ। ਫਿਰ 1776 ਚ ਉਹ ਇੱਕ ਇਲੂਮੀਨਾਟੀ ਨਾਂ ਦੀ ਸੰਸਥਾ ਪੈਦਾ ਕਰਦਾ ਜੀ। ਉਸ ਤੋਂ ਲਗਾਤਾਰ ਬਾਅਦ ਜੀ ਘਟਨਾਵਾਂ ਨਾਲ ਇਤਿਹਾਸ ਭਰਿਆ ਹੋਇਆ ਸਾਰੀ ਦੁਨੀਆ ਦਾ ਜਿਹੜਾ ਇਤਿਹਾਸ ਹੈ ਨਾ, ਉਹ ਇਹਨਾਂ ਦੀ ਮੁੱਠੀ ਵਿੱਚ ਆ ਗਿਆ। ਸਿੱਧੇ ਲਫ਼ਜ਼ਾਂ 'ਚ ਇਸ ਤਰ੍ਹਾਂ ਕਹਿ ਲਈਏ ਕਿ ਹੌਲੀ ਹੌਲੀ ਸਮੇਂ ਦੇ ਬੀਤਣ ਨਾਲ ਇਹਨਾਂ ਨੇ ਜ਼ਮੀਨਾਂ ਤੇ, ਰਾਜਾਂ ਤੇ ਕਬਜ਼ਾ ਕਰਨ ਦੀ ਥਾਂ ਇਹਨਾਂ ਨੇ ਪ੍ਰੋਡਕਸ਼ਨ ਤੇ, ਧਨ ਤੇ, ਦੌਲਤ ਤੇ, ਜਿਹਦਾ ਰੂਪ ਅੱਜ ਬੈਂਕਾਂ ਦੀ ਕਰੰਸੀ ਹੈ, ਮੁਦਰਾ ਹੈ, ਉਸ ਰੂਪ ਤੇ ਕਬਜ਼ਾ ਸ਼ੁਰੂ ਕੀਤਾ। ਔਰ ਕਬਜ਼ਾ ਉਸ ਤੇ ਕਰਨ ਤੋਂ ਬਾਅਦ ਜੀ ਇਸ ਵੇਲੇ ਸਾਰੀ ਦੁਨੀਆ ਇਹਨਾਂ ਦੇ ਪੰਜੇ ਵਿੱਚ ਹੈ, ਇਹਨਾਂ ਦੇ ਕੰਟਰੋਲ ਵਿੱਚ ਹੈ। ਇਹਨਾਂ ਦੇ ਜਿਵੇਂ ਇਹ ਚਾਹੁੰਦੇ ਨੇ, ਜਿਵੇਂ ਇਹ ਇਹਨਾਂ ਦੀ ਰਜ਼ਾ ਹੈ, ਉਵੇਂ ਇਹ ਚੱਲ ਰਹੀ। ਤੇ ਸ਼ੁਰੂਆਤ ਜਿਹੜੀ ਹੈ ਸਰ ਜੀ, ਮੈਂ ਤੁਹਾਨੂੰ ਦੱਸ ਦਿਆਂ ਕਿ 1913 ਦਾ ਸਾਲ ਹੈ, ਲੰਬਾ ਇਤਿਹਾਸ ਹੈ ਪਿਛਲਾ, ਉਹ ਕਦਰੇ ਫੇਰ ਸਹੀ। 1913 ਦਾ ਸਾਲ ਹੈ ਔਰ 23 ਦਸੰਬਰ ਹੈ। ਅਮਰੀਕਾ ਦੀ ਸੈਨੇਟ ਹੈ, ਉਹਦੇ ਵਿੱਚ ਇੱਕ ਲਾ ਪਾਸ ਕੀਤਾ ਜਾਂਦਾ ਹੈ ਕਿ ਅਮਰੀਕਾ ਦੀ ਜਿਹੜੀ ਮੁਦਰਾ ਹੈ, ਇਸ ਨੂੰ ਚਲਾਉਣ ਦਾ, ਇਸ ਨੂੰ ਛਾਪਣ ਦਾ, ਇਸ ਨੂੰ ਅੱਗੇ ਰੀਪਰੋਡਿਊਸ ਕਰਨ ਦਾ ਅਧਿਕਾਰ ਜਿਹੜਾ ਹੈ ਨਾ, ਇੱਕ ਕੰਪਨੀ ਹੈ, ਉਹਦਾ ਨਾਂ ਹੈ ਫੈਡਰਲ ਰਿਜ਼ਰਵ। ਫੈਡਰਲ ਰਿਜ਼ਰਵ ਨੂੰ ਸੌਂਪ ਦਿੱਤਾ ਗਿਆ ਬਾਈ ਲਾ, ਕਾਨੂੰਨ ਪਾਸ ਕਰਕੇ। ਲਓ ਜੀ, ਤੇ ਤੁਸੀਂ ਉਸ ਤੋਂ ਬਾਅਦ ਦੇਖਦੇ ਹੋ ਅੱਜ ਤਾਈਂ ਕਿ ਜਦੋਂ ਅਮਰੀਕਾ ਦਾ ਸਾਰੀ ਕਰੰਸੀ, ਸਾਰਾ ਧਨ, ਸਾਰਾ ਡਾਲਰ ਉਹਦੇ ਸਪੁਰਦ ਕਰ ਦਿੱਤਾ, ਬਾਈ ਲਾ ਸਪੁਰਦ ਕਰਤਾ, ਉਹਦੀ ਨਿੱਜੀ ਮਲਕੀਅਤ ਬਣਾ ਦਿੱਤਾ। ਤੇ ਸਾਰੀ ਦੁਨੀਆ ਦੇ ਬੈਂਕ ਅੱਜ ਤੁਸੀਂ ਦੇਖਦੇ ਹੋ, ਬੈਂਕਾਂ 'ਚ ਹੀ ਧਨ ਹੈ, ਬੈਂਕਾਂ 'ਚ ਹੀ ਮੁਦਰਾ ਹੈ, ਤੇ ਮੁਦਰਾ ਨਾਲ ਹੀ ਸਾਰੇ ਦੇਸ਼ ਚੱਲਦੇ ਪਏ ਆ। ਔਰ ਇਹ ਸਾਰੇ ਦਾ ਸਾਰਾ ਕੁਛ ਜਿਹੜਾ ਹੈ ਨਾ ਜੀ, ਉਹ ਸੌਂਪ ਦਿੱਤਾ ਹੋਇਆ ਇੱਕ ਵਿਅਕਤੀ ਨੂੰ। ਸਾਡਾ ਰਿਜ਼ਰਵ ਬੈਂਕ ਆਫ ਇੰਡੀਆ
ਇਉਂ ਨਾ ਸਮਝੀਏ ਕਿ ਸਾਡੇ ਇੰਡੀਆ ਦਾ ਆ, ਇੱਦਾਂ ਦੀ ਗੱਲ ਨਹੀਂ ਹੈ। ਇਹਦਾ ਇਤਿਹਾਸ ਖੋਲੀਏ। ਮੈਂ ਇੱਕ ਪੁਸਤਕ ਲਿਖੀ ਹੈ ਜੀ ਹੁਣੇ ਕਰੋਨਾ ਦੇ ਸ਼ੁਰੂ ਹੋਣ ਤੋਂ ਸਿਰਫ ਇੱਕ ਹਫ਼ਤਾ ਹੀ ਪਹਿਲਾਂ ਉਹ ਖਤਮ ਹੋਈ ਸੀ, ਛਪ ਕੇ ਮੇਰੇ ਕੋਲ ਆ ਗਈ ਸੀ। ਉਹਦਾ ਨਾਂ ਹੀ ਹੈ ਰੇਪ ਆਫ ਹਿਸਟਰੀ, ਪੰਜਾਬੀ 'ਚ ਹੈ ਵੈਸੇ, ਪਰ ਨਾਂ ਉਹਦਾ ਰੇਪ ਆਫ ਹਿਸਟਰੀ। ਉਹਦੇ ਵਿੱਚ ਬਹੁਤ ਡਿਟੇਲ ਨਾਲ, ਲਗਭਗ 600 ਸਫ਼ੇ ਦੀ ਪੁਸਤਕ ਹੈ, ਡਿਟੇਲ ਨਾਲ ਇਹ ਸਾਰੇ ਦਾ ਸਾਰਾ ਇਤਿਹਾਸ ਮੈਂ ਫੋਲ ਕੇ ਲੋਕਾਂ ਦੇ ਸਾਹਮਣੇ ਪੇਸ਼ ਕੀਤਾ। ਇਹ ਵੱਖਰੀ ਗੱਲ ਹੈ ਵੀ ਅਜੇ ਉਹ ਬਲੌਕ ਹੋ ਗਿਆ, ਜਾ ਨਹੀਂ ਸਕਿਆ, ਪਰ ਮੈਂ ਉਸ ਨੂੰ ਹੋਰ ਸੰਖੇਪ ਕਰਕੇ ਦੱਸ ਦੇਣਾ ਜੀ ਕਿ 23 ਦਸੰਬਰ 1913 ਨੂੰ ਅਮਰੀਕਾ ਦੀ ਜਿਹੜੀ ਹੈ ਨਾ ਸੈਨੇਟ ਨੇ ਪਾਸ ਕਰ ਦਿੱਤਾ ਕਿ ਇਹ ਜਿਹੜਾ ਧਨ ਹੈ ਉਹਨਾਂ ਦਾ ਬੈਂਕ ਜਿਹੜਾ ਹੈ ਨਾ ਉਹਦਾ ਮਾਲਕ ਹੋਏਗਾ ਜ਼ਾਇਨਿਸਟ, ਜ਼ਾਇਨਵਾਦੀਆ ਇੱਕ ਪਰਿਵਾਰ ਦਾ ਨਾਂ ਹੈ ਜਿਸ ਦਾ ਨਾਮ ਉਸ ਵੇਲੇ ਰੌਥਸ਼ਾਇਲਡ ਸੀ, ਉਹਨੂੰ ਸੌਂਪ ਦਿੱਤਾ ਗਿਆ। ਔਰ ਉਸ ਤੋਂ ਬਾਅਦ ਵਿਦੇਸ਼ੀ ਪੈਸੇ, ਇਸ ਤੋਂ ਪਹਿਲਾਂ ਵੀ ਇਤਿਹਾਸ ਵੱਖਰਾ ਹੈ। ਉਸ ਤੋਂ ਬਾਅਦ ਹੌਲੀ ਹੌਲੀ ਕੀ ਹੋਇਆ ਜੀ ਕਿ ਸਾਰੀ ਦੁਨੀਆ ਦੇ ਬੈਂਕ ਜਿਹੜੇ ਹਨ ਉਹ ਡਾਲਰ ਨਾਲ ਬੱਝੇ ਹੋਏ। ਡਾਲਰ ਹੀ ਤੈਅ ਕਰਦਾ ਹੈ ਕਿ ਕਿਸੇ ਕਰੰਸੀ ਦੀ ਕੀ ਕੀਮਤ ਹੈ, ਕੀ ਨਹੀਂ ਹੈ। ਲੇਕਿਨ ਉਸ ਤੋਂ ਬਾਅਦ ਸਾਰੀ ਦੁਨੀਆ ਦੇ ਧਨ ਤੇ ਕਬਜ਼ਾ ਕਰਨ ਤੋਂ ਬਾਅਦ ਜੀ ਕੀ ਹੁੰਦਾ ਹੈ, ਹੌਲੀ ਹੌਲੀ ਕੀਤਾ ਗਿਆ। ਫਿਰ ਇਹ ਹੈ ਕਿ ਉਹ ਬੜਾ ਕਲੀਅਰ ਦੱਸਦੇ ਆ ਆਪਣੇ ਐਲਾਨਨਾਮਿਆਂ 'ਚ ਵੀ। ਉਹਨਾਂ ਨੇ ਪਹਿਲਾ ਐਲਾਨਨਾਮਾ ਜਿਹੜਾ ਹੈ ਨਾ ਜੀ ਉਹਨੂੰ ਕਿਹਾ ਹੈ ਪ੍ਰੋਟੋਕੋਲ ਆਫ ਦੀ ਲਰਨਡ ਐਲਡਰਸ ਆਫ ਜ਼ੀਓਨ ਜੀ। ਉਹਦੇ ਵਿੱਚ ਬੜਾ ਕਲੀਅਰ ਸਾਫ਼ ਸ਼ਬਦਾਂ 'ਚ ਦੱਸ ਦਿੱਤਾ ਹੋਇਆ ਜੀ। ਉਹ ਖੁਦ ਵੀ ਐਲਾਨ ਕਰਦੇ ਰਹਿੰਦੇ ਆ। ਔਰ ਸਭ ਤੋਂ ਵੱਡੀ ਗੱਲ ਕਿ ਵਰਲਡ ਵਾਰ 1 ਹੁੰਦੀ ਹੈ, 2 ਧੜੇ ਬਣਾਏ ਜਾਂਦੇ, ਦੋਨਾਂ ਧੜਿਆਂ ਨੂੰ ਧਨ ਉਹ ਦਿੰਦੇ ਹੈ। ਵਰਲਡ ਵਾਰ 2 ਹੁੰਦੀ ਹੈ, 2 ਧੜੇ ਫਿਰ ਮੁੜ ਕੇ ਉਸ ਤਰ੍ਹਾਂ ਦੇ ਬਣਦੇ ਆ, ਦੋਨਾਂ ਧੜਿਆਂ ਨੂੰ ਧਨ ਉਹੀ ਦਿੰਦੇ ਹੈ। ਔਰ ਵਰਲਡ ਵਾਰ 2 ਲਗਾਈ ਜਾਂਦੀ ਤੇ ਫਿਰ ਅਖੀਰ ਉਹਦਾ ਨਤੀਜਾ ਕੀ ਨਿਕਲਦਾ ਹੈ ਕਿ ਇਹ IMF, ਵਰਲਡ ਬੈਂਕ, UNO, UNESCO, WHO ਹੋਰ ਇੱਦਾਂ ਦੀਆਂ ਸੰਸਥਾਵਾਂ ਜਿੰਨੀਆਂ ਹਨ ਜੀ ਸਰ ਜੀ ਕਲੀਅਰ ਕਿ ਇਹ ਸਾਰੀਆਂ ਦੀਆਂ ਸਾਰੀਆਂ ਐਕਚੁਅਲੀ ਪ੍ਰਾਈਵੇਟ ਹੈ। ਔਰ ਇਹਨਾਂ ਤੇ ਹਾਵੀ ਹੈ ਇੱਕ ਪਰਿਵਾਰ ਜਿਹਨੂੰ ਕਿ ਰੌਥਸ਼ਾਇਲਡ ਪਰਿਵਾਰ ਕਿਹਾ ਜਾਂਦਾ ਹੈ। ਬਿਲਕੁਲ ਬਿਲਕੁਲ। ਔਰ ਉਸੇ ਪਰਿਵਾਰ ਨੇ ਸਨ 1917 ਵਿੱਚ ਵੀ ਨਾ ਜਿਹੜਾ ਰੂਸੀ ਇਨਕਲਾਬ ਹੈ ਇਹ ਲਿਆਂਦਾ। ਔਰ ਰੂਸੀ ਇਨਕਲਾਬ ਉਹਨਾਂ ਦੇ ਹੱਥਾਂ ਦੀ ਖੇਡ ਹੈ। ਇਹਦੇ ਬਾਰੇ ਵਿੱਚ ਕੋਈ ਭੁਲੇਖਾ ਨਹੀਂ ਸਾਨੂੰ ਰਹਿਣਾ ਚਾਹੀਦਾ। ਜੇ ਇਹ ਨਾ ਹੁੰਦਾ ਇਹ 1917 ਤੋਂ ਲੈ ਕੇ 1990 ਤੱਕ ਇਹ ਖਤਮ ਨਾ ਹੋ ਜਾਂਦਾ। ਲੇਕਿਨ ਉਹਨਾਂ ਨੇ ਇਸ ਨੂੰ ਜਿੰਨਾ ਚਿਰ ਲੋੜ ਸੀ ਉਹਨਾਂ ਚਿਰ ਚਲਾਇਆ। ਇਸ ਤੋਂ ਬਾਅਦ ਜਦੋਂ ਲੋੜ ਪਈ ਉਹਨਾਂ ਨੇ ਖਤਮ ਕਰ ਦਿੱਤਾ। ਔਰ ਇਹਦੇ ਦੌਰਾਨ 'ਚ ਅਮਰੀਕਾ ਔਰ ਸੋਵੀਅਤ ਰੂਸ 2 ਬਲਾਕ ਬਣਾ ਕੇ ਦੁਨੀਆ ਦੇ ਸਭ ਤੋਂ ਵੱਧ ਮਾਰੂ ਹਥਿਆਰ, ਸਭ ਤੋਂ ਵੱਧ ਮਾਰੂ ਜ਼ਹਿਰਾਂ, ਸਭ ਤੋਂ ਵੱਧ ਮਾਰੂ ਵਾਇਰਸਸ ਜਿਹੜੇ ਹੈ ਬਿਮਾਰੀਆਂ ਉਹ ਪੈਦਾ ਕੀਤੀਆਂ। ਇਸ ਕਰਕੇ ਕਿ ਕਿਸੇ ਸਮੇਂ ਵੀ ਲੋੜ ਇੱਕ ਦੂਜੇ ਦੇ ਵਿਰੁੱਧ ਪੈ ਸਕਦੀ ਸੀ। ਉਹ ਵਿਰੁੱਧ ਪੈਦਾ ਕਰਨ ਤੋਂ ਬਾਅਦ ਠੀਕ ਹੈ ਇੱਕ ਬਲਾਕ ਖਤਮ ਹੋ ਗਿਆ ਤੇ ਉਹ ਸਾਰੀ ਦੀ ਸਾਰੀ ਮੋਨੋਪੋਲੀ ਜਿਹੜੀ ਹੈ ਨਾ ਜੀ ਉਹ ਇੱਕ ਥਾਂ ਇਕੱਠੀ ਹੋ ਜਾਂਦੀ ਹੈ। ਔਰ ਇਹ ਉਹੀ ਵਾਇਰਸਸ ਹਨ ਜਿਹੜੇ ਕਿ ਸਵਾਈਨ ਫਲੂ ਦੇ ਨਾਂ ਤੇ, ਕਾਊ ਫੀਵਰ ਦੇ ਨਾਂ ਤੇ, ਹੋਰ ਇਸ ਤਰ੍ਹਾਂ ਦੇ ਵੱਖਰੇ ਵੱਖਰੇ ਨਾਵਾਂ ਤੇ ਉਡਾਏ ਜਾਂਦੇ ਹੈ, ਫੈਲਾਏ ਜਾਂਦੇ ਹੈ। ਤੇ ਇੱਕ ਗੱਲ ਬਹੁਤ ਕਲੀਅਰ ਤੁਹਾਨੂੰ ਦੱਸ ਰਿਹਾ ਟਿਵਾਣਾ ਜੀ 2005 ਵਿੱਚ ਜਦੋਂ ਜਾਰਜ W ਬੁਸ਼ ਦਾ ਰਾਜ ਸੀ ਔਰ ਜਦੋਂ ਉਹ ਤੋਂ ਪਹਿਲਾਂ 4 ਸਾਲ ਪਹਿਲਾਂ 2001 ਵਿੱਚ 9/11 ਵਾਪਰਾ ਕੇ ਤੇ ਵਰਲਡ ਵਾਰ ਦਾ ਮਾਹੌਲ ਜਿਹੜਾ ਹੈ ਨਾ ਕ੍ਰੀਏਟ ਕੀਤਾ ਹੋਇਆ ਸੀ। ਲੇਕਿਨ ਦੁਨੀਆ ਸਿਆਣੀ ਸੀ, ਵਰਲਡ ਵਾਰ ਤੇ ਨਹੀਂ ਲੱਗ ਸਕੀ। ਇਹ ਵੱਖਰੀ ਗੱਲ ਹੈ ਕਿ ਈਰਾਨ, ਇਰਾਕ ਤੇ ਸੀਰੀਆ ਤਬਾਹੀ ਉਹਨਾਂ ਦੀ ਪੂਰੀ ਜੰਮ ਕੇ ਕੀਤੀ ਗਈ ਉਦੋਂ ਵੀ ਹੈ। ਤੇ ਉਸ ਤੋਂ ਅਗਲੀ ਗੱਲ ਚੱਲਦੀ ਹੈ ਕਿ ਉਦੋਂ ਫਿਰ ਉਸਨੇ ਇੱਕ ਸ਼ੋਸ਼ਾ ਛੱਡਣਾ ਚਾਹਿਆ 2005 ਵਿੱਚ ਕਿ ਇਹ ਵਾਇਰਸ ਜਿਹੜਾ ਅੱਜ ਜਿਹਨੂੰ ਕਰੋਨਾ ਵਾਇਰਸ ਕਹਿੰਦੇ ਆ ਬਿਲਕੁਲ ਇਹੀ ਉਸ ਦੇ ਵਿਸ਼ੇਸ਼ਣ ਹਨ, ਲੱਛਣ ਹਨ। ਉਹਨਾਂ ਨੂੰ ਉਸ ਵਾਇਰਸ ਨੂੰ ਪੈਦਾ ਕਰਨ ਵਾਸਤੇ ਉਹਨੇ ਮੁਹਿੰਮ ਸ਼ੁਰੂ ਕੀਤੀ ਪਰ ਉਦੋਂ ਵੀ ਉਹਦੀ ਮੁਹਿੰਮ ਕਾਮਯਾਬ ਨਾ ਹੋਈ। ਹਾਲਾਂਕਿ ਉਸਨੇ ਬਕਾਇਦਾ ਸੈਨੇਟ ਤੋਂ $7.1 ਬਿਲੀਅਨ ਦੀ ਮਨਜ਼ੂਰੀ ਲੈ ਲਈ ਸੀ
ਜੀ ਇਸ ਨੂੰ ਕੰਟਰੋਲ ਕਰਨ ਵਾਸਤੇ। ਜੀ ਸੋ ਕਹਿਣ ਦਾ ਮਤਲਬ ਕਿ ਵਾਇਰਸਸ ਵਗੈਰਾ ਜਿਹੜੇ ਹਨ ਨਾ, ਹੂੰ ਇਹ ਅੱਜ ਕੱਲ ਕੁਦਰਤੀ ਨਹੀਂ ਵਾਪਰਦੇ। ਪਹਿਲੀ ਗੱਲ ਤੇ ਇਹ ਵਾਇਰਸ ਜਿਹੜਾ ਹੈ ਨਾ, ਜਿਹਨੂੰ ਅੱਜ ਕਰੋਨਾ ਕਿਹਾ ਜਾਂਦਾ, ਇੱਕੋ ਇੱਕ ਕਰੋਨਾ ਹੀ ਐਸਾ ਵਾਇਰਸ ਹੈ ਜਿਹੜਾ ਸਾਰੀ ਦੁਨੀਆ ਦੇ ਹਰ ਇੱਕ ਬਸ਼ਰ ਨੂੰ ਹਰ ਸਾਲ ਘੱਟੋ ਘੱਟ 2 ਵਾਰੀ ਜ਼ਰੂਰ ਹੁੰਦਾ, ਜਿਹਨੂੰ ਕਿ ਅਸੀਂ ਪੰਜਾਬੀ ਵਿੱਚ ਜ਼ੁਕਾਮ ਕਹਿ ਲੈਂਦੇ ਹਾਂ। ਜ਼ੁਕਾਮ ਚ ਕੀ ਹੁੰਦਾ? ਨੱਕ ਵਗਦਾ ਹੈ, ਗਲੇ 'ਚ ਖਾਰਸ਼ ਹੁੰਦੀ ਹੈ, ਗਲਾ ਰੁਕਦਾ ਹੈ, ਔਰ ਈਵਨ ਛਾਤੀ 'ਚ ਵੀ ਦਰਦ ਹੁੰਦੀ ਹੈ। ਜੀ ਕਲੋਟੀ ਸਾਹਿਬ, ਦਾ ਸਾਡੇ ਦੇਸ਼ਾਂ ਵਿੱਚ ਇਹ ਇੰਨਾ ਜ਼ਿਆਦਾ ਮਾਰੂ ਨਹੀਂ ਸੀ, ਲੇਕਿਨ ਠੰਡੇ ਮੁਲਕਾਂ ਵਿੱਚ ਇਨਫਲੂਐਂਜ਼ਾ ਵੀ ਇਹਦਾ ਨਾਂ ਹੈ, ਫਲੂ ਵੀ ਇਹਦਾ ਨਾਂ ਹੈ, ਔਰ ਠੰਡੇ ਮੁਲਕਾਂ ਵਿੱਚ ਇਹ ਬਹੁਤ ਸਾਰੇ ਲੋਕਾਂ ਦੀ ਜਾਨ ਵੀ ਲੈ ਲੈਂਦਾ ਰਿਹਾ। ਇਸ ਜ਼ੁਕਾਮ ਦੇ ਪਿੱਛੇ ਕਲੋਟੀ ਸਾਹਿਬ ਆਪਾਂ ਥੋੜਾ ਜਿਹਾ ਹੁਣ ਮੌਜੂਦਾ ਹਾਲਾਤਾਂ ਵੱਲ ਨੂੰ ਆਈਏ। ਇਸ ਜ਼ੁਕਾਮ ਦੇ ਪਿੱਛੇ ਜਾਇਨਵਾਦ ਦਾ ਕੀ ਜੁਗਾੜ ਹੈ? ਹਾਂ, ਮੈਂ ਉਹੀ ਦੱਸ ਰਿਹਾ ਜੀ। ਸੁਣੋ, ਕਿਉਂਕਿ ਦੁਨੀਆ ਦਾ ਧਨ ਉਹਨਾਂ ਦੇ ਕੋਲ ਹੈ, ਉਹਨਾਂ ਨੂੰ ਸਦਾ ਹੀ ਖਤਰਾ ਰਹਿੰਦਾ ਹੈ। ਜਿਵੇਂ ਕਿ ਇੱਕ ਸ਼ਾਹੂਕਾਰ ਪਿੰਡ ਦਾ ਹੋਵੇ ਤਾਂ ਉਹਨੂੰ ਖਤਰਾ ਰਹਿੰਦਾ ਉਹਦਾ ਸ਼ਾਹੂਕਾਰਾ ਨਾ ਖਤਮ ਹੋ ਜਾਵੇ, ਸ਼ਾਹੂਕਾਰਾਂ ਨੂੰ ਕੋਈ ਨੁਕਸਾਨ ਨਾ ਹੋਵੇ। ਉਹ ਪਿੰਡ ਵਿੱਚ ਕੋਈ ਨਾ ਕੋਈ ਲੜਾਈ ਪੜਾਈ, ਕੋਈ ਨਾ ਐਸੀ ਬਦਅਮਨੀ ਬੇਚੈਨੀ ਫੈਲਾਈ ਰੱਖਦਾ ਹੈ। ਇਸੇ ਤਰ੍ਹਾਂ ਹੀ ਜ਼ਾਇਨਵਾਦੀਏ ਰੌਥਸ਼ਾਇਲਡ, ਜਿਹਦੇ ਹੱਥ ਸਾਰੀ ਦੁਨੀਆ ਦਾ ਧਨ ਹੈ, ਉਹਨਾਂ ਨੂੰ ਸਦਾ ਹੀ ਖਤਰਾ ਰਹਿੰਦਾ ਹੈ ਕਿ ਸਾਡੇ ਕੋਲੋਂ ਕਿਤੇ ਸਾਡਾ ਧਨ, ਸਾਡੀ ਜਿਹੜੀ ਇੰਨੀ ਸ਼ਕਤੀ ਹੈ, ਤਾਕਤ ਹੈ ਉਹ ਸਾਰੀ ਅੰਡਰਗਰਾਊਂਡ। ਇਹ ਉਹਨਾਂ ਦਾ ਇੱਕ ਮੁੱਖ ਏਮ ਹੈ ਕਿ ਅਸੀਂ ਅੰਡਰਗਰਾਊਂਡ ਰਹਿ ਕੇ ਹੀ ਦੁਨੀਆ ਤੇ ਰਾਜ ਕਰਨਾ ਹੈ, ਭਾਵੇਂ ਕਿ ਉਹ ਕਦੇ ਕਦੇ ਐਲਾਨਨਾਮੇ ਕਰਕੇ ਆਪਣੀ ਹੋਂਦ ਵੀ ਜਿਤਲਾਉਂਦੇ ਹੈ। ਸੋ ਇਹ ਬਿਮਾਰੀ ਜਿਹੜੀ ਹੈ ਨਾ, ਸਾਰੀ ਦੁਨੀਆ ਵਿੱਚ, ਵੈਸੇ ਸਾਰੀ ਦੁਨੀਆ ਵਿੱਚ ਵੀ ਨਹੀਂ ਹੈ, ਟਿਵਾਨਾ ਜੀ ਇੱਥੇ ਮੈਂ ਕਲੀਅਰ ਕਰ ਦਿਆਂ, ਹਿੰਦੁਸਤਾਨ ਜਿੱਥੇ ਜਿਸ ਮੁਲਕ ਦੀ ਰਾਜ ਕਰਨ ਵਾਲੀ ਪਾਰਟੀ ਨੂੰ ਜਿਵੇਂ ਰੂਪ ਦੇਣ ਦੀ ਇਸ ਨੂੰ ਲੋੜ ਹੈ, ਉਵੇਂ ਦਿੱਤਾ ਜਾ ਰਿਹਾ। ਚੀਨ 'ਚ ਇਹਦਾ ਰੂਪ ਹੋਰ ਹੈ, ਹਿੰਦੁਸਤਾਨ 'ਚ ਹੋਰ ਹੈ, ਅਮਰੀਕਾ 'ਚ, ਯੂਰਪ 'ਚ, ਔਰ ਇੱਥੋਂ ਤੱਕ ਕਿ ਨਾਰਥ ਅਮਰੀਕਾ ਦੇ ਜਿਹੜੇ ਸਦਰਨ ਮੁਲਕ ਹਨ ਛੋਟੇ, ਉੱਥੇ ਇਹਦਾ ਕੋਈ ਨਾਂ ਨਹੀਂ। ਵੈਨਜ਼ੂਏਲਾ 'ਚ ਇਹਦਾ ਕੋਈ ਨਾਂ ਨਹੀਂ। ਈਵਨ ਸਾਡੇ ਗੁਆਂਢ 'ਚ ਪਾਕਿਸਤਾਨ ਲੈ ਲਈਏ, ਬੰਗਲਾਦੇਸ਼ ਲੈ ਲਈਏ, ਤਿੱਬਤ, ਬਰਮਾ, ਨਾਲ ਚੀਨ ਲੱਗ ਗਿਆ, ਇਹਨਾਂ 'ਚ ਵੀ ਇਹਦੀ ਸ਼ਕਲ ਸੂਰਤ ਜਿਹੜੀ ਹੈ ਨਾ ਡਿਫਰੈਂਟ। ਜਿੱਥੇ ਜਿਸ ਪਾਰਟੀ ਨੂੰ ਜਿਵੇਂ ਦੀ ਲੋੜ ਹੈ ਇਹਦੀ, ਉਵੇਂ ਇਹਨੂੰ ਮਾਰੂ ਦੱਸ ਕੇ। ਸਾਡੇ ਮੁਲਕ ਤਾਂ ਇਹ ਜਿਹੜਾ ਕਰੋਨਾ ਹੈ ਮੁਸਲਿਮ ਵੀ ਹੈ, ਤੇ ਇਹ ਕਰੋਨਾ ਹੁਣ ਸਿੱਖ ਵੀ ਪੈਦਾ ਹੋ ਗਿਆ, ਤੇ ਅਜੇ ਹਿੰਦੂ ਕਰੋਨਾ ਦਾ ਖੈਰ ਚਲੋ ਦੇਖੋ ਕਦੋਂ ਪੈਦਾ ਹੁੰਦਾ ਹੈ ਜੀ। ਯਾਨੀ ਜਿਸ ਢੰਗ ਨਾਲ ਜਿਸ ਵੀ ਪੋਲੀਟੀਕਲੀ ਇਹਨੂੰ ਜਿਹੜੀ ਵੀ ਸ਼ਕਲ ਦਿੱਤੀ ਜਾਣੀ ਚਾਹੀਦੀ ਹੈ, ਉਸ ਤਰ੍ਹਾਂ ਦੀ। ਅਮਰੀਕਾ ਵਿੱਚ ਤੁਸੀਂ ਜਾਣਦੇ ਹੋ ਕਿ ਇਲੈਕਸ਼ਨ ਆ ਰਿਹਾ ਹੋਰ 4-5 ਮਹੀਨਿਆਂ ਤੱਕ। ਟਰੰਪ ਦੀ ਗੱਲ ਹੈ, ਤੇ ਉਹਨੇ ਆਪਣੇ ਇਲੈਕਸ਼ਨ ਨੂੰ ਸੇਵ ਕਰਨ ਵਾਸਤੇ, ਔਰ ਹੁਣ ਤਾਂ ਉਹਨੇ ਬਿਆਨਾਂ ਨਾਲ ਹੋਰ ਵੀ ਕਲੀਅਰ ਕਰ ਦਿੱਤਾ ਕਿ ਲੜਾਈ ਦਾ ਜਿਹੜਾ ਹੈ ਨਾ ਬਹੁਤਾ ਆਧਾਰ ਇਹ ਸੀ ਕਿ ਚੀਨ ਜਿਹੜਾ ਹੈ ਉਹ ਮੈਨੂੰ ਥੱਲੇ ਹਰਾਉਣਾ ਚਾਹੁੰਦਾ ਸੀ, ਤੇ ਮੈਂ ਇੰਨੀ ਸੌਖੀ ਤਰ੍ਹਾਂ ਹਾਰਨ ਵਾਲਾ ਨਹੀਂ ਹੈ। ਯਾਨੀ ਇਲੈਕਸ਼ਨ ਮੁਹਿੰਮ ਐਕਚੁਅਲੀ ਉਹਦੀ ਮੁਹਿੰਮ ਹੈ। ਰਹੀ ਗੱਲ ਸਰ ਮੌਤਾਂ ਤਾਂ ਦੇਖੋ ਅੱਗੇ ਵੀ ਬਹੁਤ ਕਲੀਅਰ, ਬਹੁਤ ਅੰਕੜੇ ਆ ਚੁੱਕੇ ਆ ਕਿ ਜਿੰਨੀਆਂ ਮੌਤਾਂ ਹਰ ਸਾਲ ਹਰ ਰੋਜ਼ ਹੁੰਦੀਆਂ ਹੈ ਬਿਮਾਰੀਆਂ ਨਾਲ, ਹੋਰ ਬਿਮਾਰੀਆਂ ਨਾਲ, ਇਸ ਫਲੂ ਨਾਲ ਵੀ, ਉਨੀਆਂ ਹੀ ਹੁਣ ਵੀ ਹੋ ਰਹੀਆਂ, ਉਹ ਤੋਂ ਵੱਧ ਨਹੀਂ ਹੋ ਰਹੀਆਂ, ਘੱਟ ਹੋ ਰਹੀਆਂ। ਸੋ ਇਸ ਕਰਕੇ ਇਹ ਜਿਹੜਾ ਜ਼ਾਇਨਵਾਦ ਹੈ ਨਾ, ਜਿਹਨੇ ਸਾਰੀ ਦੁਨੀਆ ਦੇ ਧਨ ਤੇ ਕੰਟਰੋਲ ਕੀਤਾ ਹੋਇਆ ਨਾ, ਉਸ ਧਨ ਦੇ ਕੰਟਰੋਲ ਨੂੰ ਕਾਇਮ ਰੱਖਣ ਦੇ ਵਾਸਤੇ ਇਹ ਦੁਨੀਆ 'ਚ ਵੱਖਰੇ ਜੰਗ ਪੈਦਾ ਹੁਣੇ ਇਹ ਜਿਹੜੀ 2020 'ਚ ਅਦਰਵਾਈਜ਼ ਵਰਲਡ ਵਾਰ 3 ਲੱਗਣ ਦੇ ਆਸਾਰ ਸੀ, ਉਹ ਸ਼ਾਇਦ ਅਜੇ ਵੀ ਉਹਨਾਂ ਆਸਾਰਾਂ ਨੂੰ ਭੁਲਾਇਆ ਨਹੀਂ ਜਾ ਸਕਦਾ, ਦੂਰ ਨਹੀਂ ਕੀਤਾ ਜਾ ਸਕਦਾ। ਉਹ ਤੁਹਾਡੇ ਪੰਜਾਬੀਆਂ ਨੇ ਤਾਂ ਬਹੁਤ ਸੋਹਣਾ ਇੱਕ ਮੁਹਾਵਰਾ ਘੜ ਲਿਆ ਹੋਇਆ ਜੀ, ਚੜੇਗਾ ਐਸਾ ਬੀਸੀਓ ਬੀਸਾ, ਨਾ ਰਹੂ ਰਾਮ ਰਹੀਮ ਤੇ ਨਾ ਈਸਾ। ਪਰ ਉਹਨਾਂ ਨੇ ਇਹਦੇ ਵਿੱਚੋਂ ਮੂਸਾ ਨੂੰ ਛੱਡ ਲਿਆ ਹੋਇਆ, ਇਹ ਜਿਹਦੇ ਵਿੱਚ ਮਤਲਬ ਹੈ ਕਿ ਇਹ 2020 ਇਹੋ ਜਿਹਾ ਸਾਲ ਆਉਣਾ ਹੈ ਜਿਵੇਂ ਕਿ 2001 ਵਿੱਚ ਵੀ ਕੋਸ਼ਿਸ਼ ਕੀਤੀ, 2005 ਵਿੱਚ ਵੀ ਕੋਸ਼ਿਸ਼ ਕੀਤੀ, ਪਰ ਕਾਮਯਾਬੀ ਨਹੀਂ ਮਿਲੀ। 2020 ਵਿੱਚ ਉਹਨਾਂ ਨੇ ਦੁਨੀਆ ਵਿੱਚ ਬਿਮਾਰੀਆਂ ਫੈਲਾ ਕੇ, ਵਰਲਡ ਵਾਰ, ਤੱਤੀ ਠੰਡੀ, ਇਹ ਸਾਰੀਆਂ ਲਿਆ ਕੇ ਕਿਸੇ ਨਾ ਕਿਸੇ ਰੂਪ ਨਾਲ ਬਦਅਮਨੀ ਬੇਚੈਨੀ ਫੈਲਾ ਕੇ ਦੁਨੀਆ ਦੇ ਵਿੱਚ ਆਰਥਿਕ ਸੰਕਟ ਜੀ, ਔਰ ਇੰਨਾ ਗਹਿਰਾ ਆਰਥਿਕ ਸੰਕਟ ਕਿ ਇਸ ਵੱਡੇ ਸ਼ਾਹੂਕਾਰ ਦਾ
ਸਰਮਾਇਆ ਜਿਹੜਾ ਉਹਨਾਂ ਸਾਰੀ ਦੁਨੀਆ 'ਤੇ ਚੱਲੇਗਾ, ਉਹ ਬਾਦਸ਼ਾਹ ਹੋਏਗਾ ਔਰ ਸਾਰੀ ਦੁਨੀਆ ਜਿਹੜੀ ਹੈ ਨਾ ਉਹਦੀ ਆਰਥਿਕ ਤੌਰ ਤੇ ਗੁਲਾਮ ਹੋਏਗੀ। ਕੋਲਾਟੀ ਸਾਹਿਬ, ਔਰ ਇਸ ਹਾਂਜੀ ਹੁਕਮ ਜਿਸ ਤਰ੍ਹਾਂ ਇਹ ਆਮ ਕਿਹਾ ਜਾਂਦਾ ਹੈ ਕਿ ਜਿਹੜੇ ਜਿਊਸ ਨੇ, ਇਜ਼ਰਾਈਲ ਵਾਲੇ ਲੋਕ ਨੇ, ਉਹਨਾਂ ਨੇ ਬੜੇ ਤਸ਼ੱਦਦ ਝੱਲੇ, ਆਪਣੀ ਕੌਮ ਨੂੰ ਸਮਰੱਥ ਕੀਤਾ, ਬਹੁਤ ਅਮੀਰ ਲੋਕ ਨੇ, ਉਹ ਦੁਨੀਆ 'ਚ ਸਭ ਤੋਂ ਅਮੀਰ ਨੇ, ਭਾਵੇਂ ਫੇਸਬੁੱਕ ਵਾਲਿਆਂ ਨੂੰ ਲੈ ਲਓ, ਦੂਸਰਿਆਂ ਨੂੰ ਲੈ ਲਓ, ਹਰ ਉਹਨਾਂ ਦੇ ਵੱਡੇ ਬਹੁਤ ਪਹੁੰਚ ਵਾਲੇ ਬੰਦੇ ਨੇ। ਕੀ ਇਹਦਾ ਰੌਥਸ਼ਾਇਲਡ ਪਰਿਵਾਰ ਦਾ ਇਜ਼ਰਾਈਲ ਦੇ ਨਾਲ ਹੀ ਸੰਬੰਧ ਹੈ? ਇਜ਼ਰਾਈਲ ਤੇ ਰੌਥਸ਼ਾਇਲਡ ਇੱਕੋ ਹੀ ਚੀਜ਼ ਹੈ ਜਾਂ ਉਹ ਵੱਖਰੇ ਵੱਖਰੇ? ਕਿਉਂਕਿ ਮੇਰੇ ਕੋਲ ਤੁਸੀਂ ਚੂੰਕਿ ਸਮਾਂ ਜ਼ਰਾ ਘੱਟ ਦਿੱਤਾ ਨਾ, ਇਸ ਕਰਕੇ ਮੈਂ ਪੂਰੀ ਤਰ੍ਹਾਂ ਡਿਟੇਲ ਨਾਲ ਨਹੀਂ ਦੱਸ ਸਕਿਆ ਕਿ ਰੌਥਸ਼ਾਇਲਡ ਪਰਿਵਾਰ ਜਿਹੜਾ ਹੈ ਨਾ, ਐਕਚੁਅਲੀ ਤਾਂ 3000 ਸਾਲ ਪਹਿਲਾਂ ਨਾ ਜੀ ਇਹਨਾਂ ਦਾ ਆਖਰੀ ਜਿਹੜਾ ਤੀਸਰਾ ਤੇ ਆਖਰੀ ਪਲਾਇਨ ਹੋਇਆ, ਯਾਨੀ ਕਿ ਇਹਨਾਂ ਦੀ ਤਬਾਹੀ ਹੋਈ ਹੈ। ਇਹ ਦਰ ਗੁਜ਼ਰਨ ਲੱਗ ਪਏ, ਦਰ ਦੁਨੀਆ 'ਚ ਘੁੰਮਣ ਲੱਗ ਪਏ, ਇਹਨਾਂ ਦੇ ਕਈ ਸਾਰੇ ਕਬੀਲੇ ਬਣ ਗਏ। ਉਹ ਕਬੀਲੇ ਜਿਹੜੇ ਸੀ, ਹਿੰਦੁਸਤਾਨ 'ਚ ਵੀ ਇੱਕ ਕਬੀਲਾ ਆਇਆ ਔਰ ਕਬੀਲਿਆਂ ਵਾਲੀ ਜ਼ਿੰਦਗੀ ਬਤੀਤ ਕਰਨ ਲੱਗੇ। ਇਹਨਾਂ ਤੇ ਈਸਾਈਆਂ ਨੇ ਤੇ ਹੋਰ ਧਰਮਾਂ ਨੇ ਜ਼ੁਲਮ ਕਰਨ ਦੀ ਕੋਈ ਕਮੀ ਨਹੀਂ ਰਹਿਣ ਦਿੱਤੀ। ਹੌਲੀ ਹੌਲੀ ਇਹਨਾਂ ਨੇ ਇੱਕ ਕੇਂਦਰੀ ਕਮੇਟੀ, ਤੁਸੀਂ ਜਾਣਦੇ ਹੋ ਸਰ, ਜਿਹੜਾ ਵਿਅਕਤੀ, ਜਿਹੜਾ ਪਰਿਵਾਰ, ਜਿਹੜੀ ਨੇਸ਼ਨ ਦੁੱਖਾਂ 'ਚੋਂ ਲੰਘਦੀ ਹੈ ਉਹ ਸੋਨਾ ਬਣ ਕੇ ਵੀ ਨਿਕਲਦੀ ਹੈ। ਤੋ ਇਸ ਕਰਕੇ ਇਹਨਾਂ ਨੂੰ ਵੀ ਬਹੁਤ ਦੁੱਖ ਦਿੱਤੇ। ਅਖੀਰ ਫਿਰ ਇਹਨਾਂ ਨੇ 17ਵੀਂ 18ਵੀਂ ਸਦੀ ਦੇ ਨੇੜੇ ਤੇੜੇ ਨਾ ਜੀ ਇੱਕ ਬਹੁਤ ਮਹਾਨ ਡਾਕੂਮੈਂਟ, ਉਸ ਡਾਕੂਮੈਂਟ ਦਾ ਨਾਂ ਹੈ, ਅਖੀਰਲਾ ਨਾਂ, ਉਹ ਡਾਕੂਮੈਂਟ ਕਈਆਂ ਨਾਵਾਂ ਵਿੱਚੋਂ ਲੰਘਦਾ ਹੋਇਆ ਅਖੀਰ ਅੱਜ ਉਹਦਾ ਨਾਂ ਹੈ ਪ੍ਰੋਟੋਕੋਲ ਆਫ ਦੀ ਮੀਟਿੰਗਸ ਆਫ ਦੀ ਲਰਨਡ ਐਲਡਰਸ ਆਫ ਜ਼ੀਓਨ। ਉਹ ਡਾਕੂਮੈਂਟ ਇਹਨਾਂ ਦਾ ਇੱਕ ਫਿਲੋਸਫਿਕ ਆਧਾਰ ਹੈ। ਮੈਂ ਆਨਾ ਵਾਂ ਕਿ ਸਾਡੇ ਬੁੱਧੀਜੀਵੀਆਂ ਨੂੰ ਜ਼ਰੂਰ ਪੜ੍ਹਨਾ ਚਾਹੀਦਾ। ਕਪਾਟ ਖੁੱਲ੍ਹਦੇ ਆ, ਬੁੱਧ ਵਰਗਾ ਜਿਹੜਾ ਚਾਨਣ ਹੈ ਨਾ ਉਹ ਹੁੰਦਾ ਹੈ। ਔਰ ਉਸ ਡਾਕੂਮੈਂਟ ਤੋਂ ਬਾਅਦ ਜਿੰਨੀਆਂ 1799 ਦਾ ਫਰਾਂਸੀਸੀ ਇਨਕਲਾਬ, ਵਾਟਰਲੂ ਦੀ ਜੰਗ, ਜਿਹੜਾ ਵਰਲਡ ਵਾਰ 1, ਵਰਲਡ ਵਾਰ 2 ਤੇ ਇਸ ਤੋਂ ਬਾਅਦ ਆ ਜੋ ਵੀ ਕੁਝ ਹੁਣ ਤੱਕ ਬਿਲਕੁਲ ਆਖਰ ਦੇ ਵਿੱਚ ਇਹ ਸਾਰੇ ਦਾ ਸਾਰਾ ਉਸ ਡਾਕੂਮੈਂਟ ਦੇ ਮੁਤਾਬਿਕ ਰੋਡ ਮੈਪ ਹੈ ਸਰ, ਰੋਡ ਮੈਪ। ਉਹਨੂੰ ਕੋਈ ਬਦਲ ਨਹੀਂ ਸਕਦਾ, ਉਹ ਸਾਫ਼ ਕਹਿੰਦੇ ਹੈ। ਔਰ ਜੇ ਤੁਸੀਂ ਆਗਿਆ ਦਿਓ ਤੇ ਮੈਂ ਆਪਣੀ ਕਿਤਾਬ ਦਾ ਪਿਛਲਾ ਪਾਸਾ ਜਿਹੜਾ ਹੈ ਨਾ, ਉਹਨਾਂ ਨੇ ਆਪ ਐਲਾਨ ਦਾ, ਕਿਉਂਕਿ ਮੈਨੂੰ ਸਮਾਂ ਤੁਸੀਂ ਥੋੜਾ ਦਿੱਤਾ ਹੈ, ਐਲਾਨ ਦੀਆਂ 3 ਲਾਈਨਾਂ ਉਹ ਉੱਦਾਂ ਹੀ ਸੁਣਾ ਦੇਣਾ ਤੁਹਾਨੂੰ। ਹੈਲੋ ਦੇਅਰ, ਯਾਨੀ ਕਹਿਣ ਦਾ ਮਤਲਬ ਉਹ ਸਾਨੂੰ ਸੰਬੋਧਿਤ ਕਰਦਾ। ਮਾਈ ਨੇਮ ਇਜ਼ ਜੈਕਬ ਰੌਥਸ਼ਾਇਲਡ, my family is worth $1 trillion. We own nearly every central bank in the world. We financed both sides of every war since Napoleon. We own your news, your media, your oil, your governments and all. You have probably never heard of me also. ਇਹ ਉਹਨਾਂ ਦਾ ਜਿਹੜਾ ਵਰਤਮਾਨ ਰੌਥਸ਼ਾਇਲਡ ਹੈ ਨਾ ਜੀ, ਮੁਖੀ ਹੈ ਜੈਕਬ ਰੌਥਸ਼ਾਇਲਡ, ਉਹਦਾ ਆਪਣਾ ਐਲਾਨ ਹੈ। ਸੋ ਕਹਿਣ ਦਾ ਮੇਰਾ ਮਤਲਬ ਜਿਹੜਾ ਹੈ ਨਾ ਜੀ, ਮੈਂ ਘੱਟੋ ਘੱਟ ਜਿੰਨੀ ਕੁ ਹੁਣ ਤਾਈਂ ਖੋਜ ਪੜਤਾਲ ਕੀਤੀ ਹੈ, ਮੈਂ ਇਸ ਤਰ੍ਹਾਂ ਕਹਿ ਲਓ ਕਿ ਇਹਨੂੰ ਬਹੁਤ ਖੋਜਿਆ ਹੋਣ ਕਰਕੇ ਮੈਨੂੰ ਮੇਰੀ ਕਿਤਾਬ ਦਾ ਅਖੀਰਲਾ ਵਾਕ ਹੀ ਇੱਥੋਂ ਖਤਮ ਹੁੰਦਾ ਹੈ ਕਿ ਬੁੱਧੀਜੀਵੀਓ ਕੁਝ ਵਾਪਰਨ ਵਾਲਾ ਹੈ, ਸਾਵਧਾਨ ਹੋਵੋ। ਉਹ ਸਾਡੇ ਬਾਦਸ਼ਾਹ ਬਣ ਗਏ, ਅਸੀਂ ਉਹਨਾਂ ਦੇ ਗੁਲਾਮ ਹੋਵਾਂਗੇ, ਜੇ ਵੀ ਅਸੀਂ ਸਾਵਧਾਨ ਹੋਈਏ। ਸੋ ਕਹਿਣ ਦਾ ਮਤਲਬ ਹੈ ਕਿ ਇਹ ਸਾਰਾ ਪ੍ਰੀ ਪਲੈਨਡ ਹੈ। ਉਂਝ ਜੇ ਤੁਸੀਂ ਫੈਕਚੁਅਲੀ ਦੇਖੋ ਕਿ ਬਿਮਾਰੀ ਸ਼ੁਰੂ ਕਦੋਂ ਹੁੰਦੀ ਹੈ ਜੀ, ਜਦੋਂ ਚੀਨ ਔਰ ਅਮਰੀਕਾ ਦੀਆਂ ਫੌਜਾਂ ਆਪਸ ਵਿੱਚ ਰਲਦੀਆਂ ਇਕੱਠੀਆਂ ਹੁੰਦੀਆਂ ਚੀਨ ਦੇ ਸਾਗਰਾਂ ਵਿੱਚ, ਔਰ ਉੱਥੇ ਉਹ ਮਸ਼ਕਾਂ ਕਰਦੀਆਂ ਲੜਾਈ ਦੀਆਂ। ਔਰ ਇਹ ਹੈ ਗੱਲ 1919 ਦੇ ਨਵੰਬਰ ਮਹੀਨੇ ਦੀ। ਉਸ ਤੋਂ ਬਾਅਦ ਬਕਾਇਦਾ ਇਹ ਵਾਇਰਸ ਜਿਹੜਾ ਇਹਨਾਂ ਸ਼ੁਰੂ ਹੁੰਦਾ ਹੈ। ਪਹਿਲਾਂ ਕਹਿ ਲਓ ਕਿ ਚੀਨ 'ਚ ਸ਼ੁਰੂ ਕਰ ਦਿੱਤਾ ਜਾਂਦਾ ਹੈ, ਫਿਰ ਇਹ ਬਾਕੀ ਮੁਲਕਾਂ ਵਿੱਚ ਉਨੀ ਜ਼ਿਆਦਾ ਰਫ਼ਤਾਰ ਨਾਲ ਨਹੀਂ ਜਿੱਥੇ ਇਹਦੀ ਵੱਧ ਲੋੜ ਹੈ। ਅਮਰੀਕਾ 'ਚ ਵੱਧ ਲੋੜ ਹੈ ਕਿਉਂਕਿ ਟਰੰਪ ਨੇ ਇਲੈਕਸ਼ਨਾਂ ਲੜਨੀਆਂ, ਉਹਨੇ ਲੋਕਾਂ ਨੂੰ, ਚੀਨ ਨੂੰ ਬਦਨਾਮ ਕਰਕੇ ਉਹਦੇ ਨਾਂ ਤੇ ਲੋਕਾਂ ਦੀਆਂ ਵੋਟਾਂ ਜਿੱਤਣੀਆਂ, ਤੇ ਉੱਥੇ ਇਸ ਨੂੰ ਵੱਧ ਤਸ਼ੱਦਦ ਵਿੱਚ। ਅੱਗੇ ਮੈਂ ਕਹਿ ਚੁੱਕਿਆ ਜੀ, ਜਿਸ ਦੇਸ਼ ਨੂੰ ਦੇਖੋ, ਰੂਸ ਨੂੰ ਇੰਨੀ ਲੋੜ ਨਹੀਂ ਹੈ, ਚੀਨ ਨੂੰ ਲੋੜ ਸੀ, ਖਤਮ ਹੋ ਗਈ। ਚਲੋ,
ਜਾਂ ਉਹਨੂੰ ਹੁਕਮ ਸੀ। ਹੋਰ ਵੀ ਜਿਹੜੇ ਛੋਟੇ ਛੋਟੇ ਮੁਲਕ ਹੈ ਨਾ ਜੀ, ਜਿੱਦਾਂ ਜਿੱਦਾਂ ਉਹਨਾਂ ਨੂੰ ਉੱਪਰੋਂ ਬਹੁਤ ਵੱਡੇ ਵੱਡੇ ਸ਼ਾਹੂਕਾਰਾਂ ਦਾ ਹੁਕਮ ਆਉਂਦਾ ਹੈ। ਦੇਖੋ ਨਾ, ਵਰਲਡ ਬੈਂਕ ਸਾਰੀ ਦੁਨੀਆ ਦੇ ਧਨ ਨੂੰ ਇੱਕ ਐਂਟਰੀ ਜਿਹੜੀ ਹੈ ਨਾ, ਵਰਲਡ ਬੈਂਕ ਦੇ ਰਜਿਸਟਰਾਂ 'ਚ ਇੱਕ ਐਂਟਰੀ ਜਿਹੜੀ ਹੈ ਉਹ ਮੁਲਕਾਂ ਦਾ ਧਨ ਆ, ਉਹ ਮੁਲਕਾਂ ਦੀ ਕਰੰਸੀ ਆ, ਉਹ ਮੁਲਕਾਂ ਦੀ ਮੁਦਰਾ ਹੈ, ਇਹ ਸਾਰਾ ਉੱਥੋਂ ਚੱਲਦਾ। ਤੇ ਇਹ ਬਿਮਾਰੀਆਂ, ਜੰਗਾਂ, ਯੁੱਧਾਂ ਸਾਰੀਆਂ ਉਹਨਾਂ ਦੀਆਂ ਪੈਦਾ ਕੀਤੀਆਂ ਹੋਈਆਂ, ਉਹਨਾਂ ਦੀਆਂ ਲੜਾਈਆਂ ਹੋਈਆਂ, ਔਰ ਉਹਨਾਂ ਨੇ ਹੀ ਅੱਗੇ ਦੁਨੀਆ ਐਸੀ ਕੋਸ਼ਿਸ਼ ਕਰਨੀ ਹੈ ਕਿ ਸਾਨੂੰ ਰਹੀ ਗੱਲ ਤੁਸੀਂ ਪੁੱਛੋਗੇ ਇਹਦਾ ਕੋਈ ਹੱਲ ਵੀ ਤਾਂ ਹੋਣਾ ਚਾਹੀਦਾ। ਹੱਲ ਆਹੀ ਹੈ ਕਿ ਅਸੀਂ ਇਹਦੇ ਬਾਰੇ ਵਿੱਚ ਵੱਧ ਤੋਂ ਵੱਧ ਜਾਣੀਏ, ਪਛਾਣੀਏ, ਔਰ ਆਪਣੇ ਨੇਤਾਵਾਂ ਨੂੰ, ਆਪਣੇ ਰਹਿਬਰਾਂ ਨੂੰ ਮਜਬੂਰ ਕਰੀਏ ਕਿ ਆਪਣੀ ਜਿਹੜੀ ਕਰੰਸੀ ਹੈ ਆਪ ਬਣਾਓ। ਜਿਵੇਂ ਕਿ 1963 ਵਿੱਚ ਜੌਨ ਐਫ ਕੈਨੇਡੀ ਨੇ ਆਪਣੀ ਕਰੰਸੀ ਬਣਾਈ ਸੀ, ਉਹਦਾ ਹਸ਼ਰ ਮਾੜਾ ਹੋਇਆ, ਉਹ ਗੱਲ ਵੱਖਰੀ ਹੈ। ਜਿਵੇਂ ਕਿ ਵੈਨਜ਼ੂਏਲਾ ਨਿੱਕਾ ਜਿਹਾ ਮੁਲਕ ਹੈ, ਉਹ ਆਪਣੀ ਕਰੰਸੀ ਆਪ ਚਲਾਉਂਦਾ, ਔਰ ਤੁਸੀਂ ਸੁਣਿਆ ਹੋਵੇਗਾ 2 ਸਾਲ ਪਹਿਲਾਂ ਉਹਦੀਆਂ ਗਲੀਆਂ 'ਚੋਂ ਡਾਲਰ, ਪਾਉਂਡ ਤੇ ਇਹ ਸਭ ਉਹਦੀਆਂ ਗਲੀਆਂ 'ਚ ਰੁਲਦੇ ਫਿਰਦੇ ਸੀ। ਉਹਨੇ ਆਪਣੀ ਕਰੰਸੀ ਆਪ ਪੈਦਾ ਕੀਤੀ ਹੈ। ਇਸ ਤਰ੍ਹਾਂ ਹੀ ਈਰਾਨ ਦੀ ਆਪਣੀ ਕਰੰਸੀ ਹੈ, ਨਾਰਥ ਕੋਰੀਆ ਦੀ ਆਪਣੀ ਕਰੰਸੀ ਹੈ, ਔਰ ਇਹੀ ਝਗੜੇ ਹਨ ਉਹਨਾਂ ਨਾਲ ਕਿ ਉਹਨਾਂ ਦੀਆਂ ਕਰੰਸੀਆਂ ਨੂੰ ਖਤਮ। ਵੈਨਜ਼ੂਏਲਾ ਨਾਲ ਕੋਈ ਲੜਾਈ ਨਹੀਂ, ਕੋਰੀਆ ਨਾਲ ਕੋਈ ਲੜਾਈ ਨਹੀਂ, ਈਰਾਨ ਨਾਲ ਕੋਈ ਲੜਾਈ ਕਰੰਸੀ ਦੀ ਹੈ ਸਾਰੀ ਦੀ ਸਾਰੀ। ਇਸ ਕਰੰਸੀ ਦੀ ਖਾਤਰ, ਆਪਣੇ ਸ਼ਾਹੂਕਾਰੇ ਦੀ ਖਾਤਰ ਜੀ ਉਹ ਲੜਾਈਆਂ ਲਾਉਂਦੇ ਆਏ ਆ। ਹਾਂਜੀ, ਇੱਕ ਸਵਾਲ ਆਇਆ ਜਾਂਦੇ ਜਾਂਦੇ, ਇੱਕ ਤੇ ਲਾਸਟ 'ਚ ਆਪਣੀਆਂ ਕਿਤਾਬਾਂ ਦੱਸ ਦਿਓ ਕਿੱਥੋਂ ਮਿਲ ਸਕਦੀਆਂ ਤੁਹਾਡੀਆਂ ਇਸ ਦੇ ਬਾਰੇ, ਤੇ ਦੂਸਰਾ ਇੱਕ ਸਵਾਲ ਹੈ ਜਾਂਦੇ ਜਾਂਦੇ ਕਿ ਜਿਹੜੇ ਇਜ਼ਰਾਈਲੀ ਲੋਕਾਂ ਦੀ ਆਜ਼ਾਦੀ ਸੀ ਉਹਦੇ ਪਿੱਛੇ ਵੀ ਮਹਾਮਾਰੀ ਕਾਰਨ ਬਣਿਆ ਸੀ, ਮਹਾਮਾਰੀ ਦੇ ਕਾਰਨ ਆਜ਼ਾਦ। ਦੇਖੋ, ਉਹ ਤੁਸੀਂ ਜਾਣਦੇ ਹੋ ਕਿ 1897 ਵਿੱਚ ਇੱਕ ਕਾਂਗਰਸ, ਯਾਨੀ ਇੱਕ ਬਹੁਤ ਵੱਡਾ ਸੰਮੇਲਨ ਯਹੂਦੀਆਂ ਦਾ ਹੋਇਆ ਸੀ ਬਸਲੇ, ਸਵਿਟਜ਼ਰਲੈਂਡ ਵਿੱਚ, ਜਿਹਨੂੰ 1897 ਦਾ ਜ਼ਾਇਨਿਸਟ ਕਾਂਗਰਸ ਕਹਿੰਦੇ ਆ, ਜ਼ਾਇਨਵਾਦੀ ਕਾਂਗਰਸ ਕਹਿੰਦੇ ਆ। ਉਹਦੇ 'ਚ ਮਤਾ ਪਹਿਲਾ ਇਹ ਪਾਸ ਹੋਇਆ ਸੀ, ਮੈਂ ਆਪਣੀ ਕਿਤਾਬ 'ਚ ਡਿਟੇਲ ਨਾਲ ਲਿਖ ਦਿੱਤਾ, ਪਹਿਲਾ ਮਤਾ ਹੀ ਪਾਸ ਹੋਇਆ ਸੀ ਕਿ ਇਜ਼ਰਾਈਲ ਨੂੰ ਮੁੜ ਕੇ ਆਪਣਾ ਦੇਸ਼ ਬਣਾਇਆ ਜਾਵੇ। ਔਰ ਉਹ ਬਣਾਉਣ ਦਾ ਫਿਰ ਤਰੀਕਾ ਹੈ ਕਿ 1917 'ਚ ਪਹਿਲੀ ਵਰਲਡ ਵਾਰ ਜਦੋਂ ਲੱਗੀ ਐ ਸਿਰੇ ਦੇ ਸੀ, ਉਦੋਂ ਇੰਗਲੈਂਡ ਦੇ ਬੈਲਫਰ ਫੋਰਨ ਮਿਨਿਸਟਰ ਤੋਂ ਲਿਖਾ ਲਿਆ ਕਿ ਤੂੰ ਜਦੋਂ ਲੜਾਈ ਮੁੱਕਦੀ ਹੈ ਜਾਂ ਪ੍ਰਾਪਰ ਸਮੇਂ ਤੇ ਇਹ ਇਜ਼ਰਾਈਲ ਨੂੰ ਮੁੜ ਕੇ ਕ੍ਰੀਏਟ ਕੀਤਾ ਜਾਊਗਾ। ਔਰ ਫਿਰ ਵਰਲਡ ਵਾਰ 2 ਲਾਉਣ ਤੋਂ ਬਾਅਦ ਬਕਾਇਦਾ 1948 ਵਿੱਚ ਇਜ਼ਰਾਈਲ ਬਣਿਆ। ਇੱਕ ਗੱਲ ਸੁਣ ਲਓ, ਇਜ਼ਰਾਈਲ ਤੁਹਾਡੇ ਝੰਡਿਆਂ ਦਾ, ਸਾਡੇ ਝੰਡਿਆਂ ਦਾ, ਦੁਨੀਆ ਦੇ ਝੰਡਿਆਂ ਦਾ ਕੀ ਮੋਟੋ ਆ, ਵੱਖਰੀ ਗੱਲ ਹੈ। ਇਜ਼ਰਾਈਲ ਇੱਕੋ ਇੱਕ ਐਸਾ ਦੇਸ਼ ਹੈ ਦੁਨੀਆ ਜਿਹਦੇ ਝੰਡੇ ਦਾ ਮੋਟੋ ਹੈ, ਲਿਖਿਆ ਹੋਇਆ ਉਹਦੇ ਤੇ ਕਿ ਬਾਈ ਵੇ ਆਫ ਡਿਸੈਪਸ਼ਨ thou must do war, ਯਾਨੀ ਧੋਖਿਆਂ ਨਾਲ, ਕੂੜ ਕਮਾ ਕੇ ਤੁਹਾਨੂੰ ਲੜਾਈ ਕਰਨੀ ਹੀ ਪਵੇਗੀ। ਲੜਾਈ ਕਰੋ, ਇਹੀ ਸਾਡੀ ਲੜਾਈ ਜਿਹੜੀ ਹੈ ਨਾ ਉਹ ਨਿਰੇ ਹਥਿਆਰਾਂ ਦੀ ਨਹੀਂ ਹੁੰਦੀ ਸਰ ਜੀ, ਇਹ ਫਿਲੋਸੋਫੀਕਲ ਲੜਾਈ ਹੈ, ਦਾਰਸ਼ਨਿਕ ਲੜਾਈ ਹੈ, ਬਿਮਾਰੀਆਂ ਲੜਾਈ, ਬਾਇਓਲੋਜੀਕਲ ਲੜਾਈ ਹੈ। ਹੁਣ ਜਿਹੜੀ ਹੈ ਸਾਡੇ ਸਾਹਮਣੇ ਆਈ ਹੋਈ ਹੈ ਲੜਾਈ, ਜਿਹੜੀ ਕਿ ਵਾਇਰਸ ਦੀ ਲੜਾਈ ਹੈ। ਸੋ ਇਹ ਇਜ਼ਰਾਈਲ ਦੇ ਝੰਡੇ ਦਾ ਇਹ, ਔਰ ਇਜ਼ਰਾਈਲ ਸਾਰੀ ਦੀ ਸਾਰੀ ਦੁਨੀਆ ਦੇ ਧਨ ਦਾ ਐਕਚੁਅਲੀ ਉਹੀ ਟ੍ਰੇਜਰਰ ਹੈ। ਅੱਛਾ, ਇੱਕ ਹੋਰ ਸੰਖੇਪ ਦੇ ਵਿੱਚ ਕਲੋਟੀ ਸਾਹਿਬ, ਜਿਸ ਤਰ੍ਹਾਂ ਤੁਸੀਂ ਆਖਿਆ ਕਿ ਹਰ ਪਾਰਟੀ ਨੂੰ, ਭਾਵੇਂ ਉਹ ਨਾਸਤਿਕ ਹੈ, ਖੱਬੇ ਸੱਜੇ ਪੱਖੀ ਜਿਹੜਾ ਵੀ ਹੈ, ਇਹਨੂੰ ਉਸ ਹਿਸਾਬ ਨਾਲ ਇਹ ਡੀਲ ਕਰਦੇ ਨੇ। ਜਦੋਂ ਕੇਜਰੀਵਾਲ ਸਾਹਿਬ ਦਾ ਉਭਾਰ ਹੋਇਆ ਆਮ ਆਦਮੀ ਪਾਰਟੀ ਦਾ, ਤਾਂ ਉਹਨਾਂ ਨੂੰ ਉਚੇਚਾ ਜਿਹੜਾ ਹੈਗਾ ਚਰਚ 'ਚ ਵੀ ਬੁਲਾਇਆ ਗਿਆ, ਵੈਟੀਕਨ, ਤੇ ਨਾਲ ਫੋਰਡ ਫਾਊਂਡੇਸ਼ਨ ਨੇ ਵੀ ਉਹਨਾਂ ਨੂੰ ਕਾਫੀ ਸਪੋਰਟ ਕੀਤਾ। ਇਹ ਫੋਰਡ ਫਾਊਂਡੇਸ਼ਨ ਦੀਆਂ ਤਾਰਾਂ ਵੀ ਜ਼ਾਇਨਬਾਦ ਨਾਲ ਜੁੜਦੀਆਂ? ਬਿਲਕੁਲ ਜੁੜਦੀਆਂ। ਦੇਖੋ ਜੀ, ਦੁਨੀਆ, ਹਿੰਦੁਸਤਾਨ, ਜਿਹੜੀ ਅਮਰੀਕਾ ਦੇ ਜਿੰਨੇ ਵੀ ਤੁਸੀਂ ਉਹ ਸੁਣਦੇ ਹੋ ਨਾ, ਬਾਰ ਵਰਗ ਤੇ ਕੈਨੇਡੀ, ਹੋਰ ਇੱਦਾਂ ਦੇ ਇੱਕਦਮ ਨਾ, ਚਲੋ ਇਹ ਜਿੰਨੇ ਵੀ ਮੈਂ ਆਪਣੀ ਕਿਤਾਬ 'ਚ ਪੂਰੇ ਵੇਰਵੇ ਸਾਰੇ ਦਿੱਤੇ ਹੋਏ, ਇਹ ਸਾਰੇ ਦੇ ਸਾਰੇ, ਯਾਨੀ ਇੱਥੇ ਇੱਦਾਂ ਕਹਿ ਲਈਏ ਜੀ ਸਰ ਜੀ, ਨਿੱਕੀ ਜਿਹੀ ਗੱਲ ਜਾਣ ਤੋਂ ਪਹਿਲਾਂ ਕਿ ਉਹਨਾਂ ਨੇ, ਰੌਥਸ਼ਾਇਲਡਾਂ ਨੇ ਵਿਆਹ ਸੰਬੰਧਾਂ ਰਾਹੀਂ, ਉਹ ਕਿਸੇ ਤਰ੍ਹਾਂ ਉੱਦਾਂ ਨਹੀਂ ਸਮਝਦੇ, ਵਿਆਹ ਸੰਬੰਧਾਂ ਰਾਹੀਂ ਸਾਰੇ ਦੇ ਸਾਰੇ ਯੂਰਪ ਦੇ ਜਿੰਨੇ ਵੀ ਸ਼ਾਹੀ ਘਰਾਣੇ ਸੀ ਨਾ, ਉਹਨਾਂ ਨੂੰ ਆਪਣੇ ਰਿਸ਼ਤੇਦਾਰ ਬਣਾ ਲਿਆ ਸੀ, ਔਰ ਵਿਆਹ ਸੰਬੰਧਾਂ ਦੇ ਨਾਲ। ਔਰ ਇਸ ਢੰਗ ਨਾਲ ਉਹਨਾਂ ਨੇ, ਸਮਝ ਲਓ ਕਿ ਆਪਣੀ ਜਿਹੜੀ ਰਾਜ ਭਾਗ ਹੈ, ਇੱਥੋਂ ਤੱਕ ਸਾਡੇ ਹਿੰਦੁਸਤਾਨ ਦਾ ਵੀ ਇੱਕ ਅਮਰਤਿਆ ਸੇਨ ਹੈ ਜੀ, ਅਮਰਤਿਆ ਸੇਨ, ਨੋਬਲ ਪ੍ਰਾਈਜ਼ ਵਿਨਰ ਹੈ, ਐਮਾ ਰੌਥਸ਼ਾਇਲਡ, ਉਹ ਅਮਰਤਿਆ ਸੇਨ
ਜਿਹਨੂੰ ਸਭ ਤੋਂ ਵੱਡਾ ਇਨਾਮ ਮਿਲਿਆ ਇਸ ਕਰਕੇ ਕਿ ਉਹਨੇ ਬੈਂਕਾਂ ਦੀ ਜਕੜ ਵਾਸਤੇ ਸਰਕਾਰਾਂ ਨੂੰ, ਲੋਕਾਂ ਨੂੰ ਪ੍ਰੇਰਿਆ ਸੀ। ਸੋ ਇਸ ਢੰਗ ਨਾਲ ਵਿਆਹਾਂ ਦੇ ਰਾਹੀਂ ਤੁਸੀਂ ਦੇਖੋ ਆਪਣੇ ਪੜ੍ਹਦੇ ਹੋ, ਜਦੋਂ ਡਿਟੇਲ ਨਾਲ ਪੜ੍ਹਦੇ ਹਾਂ, ਰੇਪ ਆਫ ਹਿਸਟਰੀ ਜਦੋਂ ਪੜ੍ਹਦੇ ਹਾਂ, ਕਿੰਨੀ ਹੈਰਾਨੀ ਹੁੰਦੀ ਹੈ ਕਿ ਰੂਸ ਦੇ ਜ਼ਾਰ ਦੇ ਵਿਰੁੱਧ ਸਾਰੀ ਦੀ ਸਾਰੀ ਲੈਨਨ ਹੋਰਾਂ ਦੀ ਜਿਹੜੀ ਲੜਾਈ ਹੈ, ਉਹਦੀਆਂ ਜਿਹੜੀਆਂ ਇੰਟਰਨੈਸ਼ਨਲਸ ਹੈਗੀਆਂ ਉਹ ਲੰਡਨ 'ਚ ਹੁੰਦੀਆਂ, ਲੰਡਨ 'ਚ। ਬਿਲਕੁਲ ਬਿਲਕੁਲ। ਕਲੋਟੀ ਸਾਹਿਬ, ਆਖਰ ਦੇ ਵਿੱਚ ਆਪਣੀਆਂ ਕਿਤਾਬਾਂ ਦੇ ਨੇਮ ਤੇ ਉਹ ਐਡਰੈਸ ਕਿੱਥੋਂ ਮਿਲਣਗੀਆਂ ਪਲੀਜ਼ ਅਨਾਉਂਸ ਕਰ ਦਿਓ। ਤੁਹਾਡਾ ਫੇਸਬੁੱਕ ਪੇਜ ਵੈਸੇ ਮੈਂ ਸਾਂਝਾ ਕਰਤਾ, ਜੇ ਕਿਸੇ ਨੇ ਸੰਪਰਕ ਕਰਨਾ ਹੋਵੇ ਆਪਣਾ ਤੁਸੀਂ ਕਿਤਾਬਾਂ ਦੇ ਬਾਰੇ ਦੱਸ ਦਿਓ। ਮੇਰਾ ਐਡਰੈਸ ਨਹੀਂ, ਮੇਰਾ ਫੋਨ ਨੰਬਰ ਇਹ ਦੇ ਦਿਓ। ਜਿਹਨੇ ਵੀ ਮੰਗਵਾਉਣੀ ਹੋਏਗੀ ਮੈਨੂੰ ਸਿੰਪਲ ਫੋਨ ਕਰ ਦੇ, ਮੈਂ ਨੰਗੇ ਪੈਰੀ ਦੇਣ ਆਊਂਗਾ, ਨੰਗੇ ਪੈਰੀ। ਮਿਹਰਬਾਨੀ। ਥੈਂਕ ਯੂ ਪ੍ਰੋਫੈਸਰ ਕਲੋਟੀ ਸਾਹਿਬ, ਆਪਣੇ ਨਾਲ ਜੁੜੇ ਸੀ। ਸਬਜੈਕਟ ਬਹੁਤ ਵੱਡਾ ਹੈ, ਜਿਸ ਤਰ੍ਹਾਂ ਡਾਕਟਰ ਦਲਜੀਤ ਸਿੰਘ ਹੋਰਾਂ ਦੀ ਆਪਣੀ ਮਸ਼ਰੂਫੀਅਤ ਹੈ, ਉਹਨਾਂ ਨੇ ਫਿਰ ਜ਼ਿੰਮੇਵਾਰੀ ਕਲੋਟੀ ਸਾਹਿਬ ਦੀ ਲਾ ਦਿੱਤੀ ਸੀ। ਇਹ ਅਧਿਆਪਨ ਦੇ ਨਾਲ ਆਪਣੇ ਜੋ ਇਹਨਾਂ ਦੀ ਜੌਬ ਹੈ ਉਸ ਦੇ ਨਾਲ ਇਹ ਐਕਸਟਰਾ ਕਾਫੀ ਕੰਮ ਕਰ ਰਹੇ ਨੇ। ਅੱਜ ਕੱਲ੍ਹ ਕਾਫੀ ਸਾਰੀਆਂ ਕਿਤਾਬਾਂ ਇਹਨਾਂ ਲਿਖੀਆਂ, 2-3 ਕਿਤਾਬਾਂ ਇਹਨਾਂ ਨੇ ਜ਼ਾਇਨਬਾਦ 'ਤੇ ਲਿਖੀਆਂ। ਹੁਣ ਰੇਪ ਆਫ ਹਿਸਟਰੀ ਬੜੀ ਇੰਟਰਸਟਿੰਗ 600 ਪੰਨਿਆਂ ਦੀ ਕਿਤਾਬ ਹੈ। ਸੋ ਵਾਕਈ ਰੱਬ ਨਹੀਂ ਚਲਾਉਂਦਾ ਦੁਨੀਆ ਚਲਾਉਂਦੇ ਲੂਮੀਨਾਟੀ। ਅਜੇ ਚੀਜ਼ਾਂ ਸਾਡੀ ਸਮਝੋਂ ਬਾਹਰ ਨੇ, ਪਰ ਗੇਮ ਪਿੱਛੇ ਬਹੁਤ ਵੱਡੀ ਹੈ। ਇੱਕ ਬ੍ਰੇਕ ਲੈਣਾ, ਬ੍ਰੇਕ ਤੋਂ ਬਾਅਦ ਫਿਰ ਅਗਲੇ ਸੈਗਮੈਂਟ ਦੇ ਵਿੱਚ ਚਰਚਾ ਕਰਾਂਗੇ ਵੱਖ-ਵੱਖ ਮੁੱਦਿਆਂ 'ਤੇ। ਮਜ਼ਦੂਰ ਦਿਵਸ ਦੇ ਮੌਕੇ 'ਤੇ ਵੀ ਗੱਲਬਾਤ ਹੋਵੇਗੀ ਇਸ ਵਕਫੇ ਤੋਂ ਬਾਅਦ। ਸਾਡਾ ਹਰ ਇੱਕ ਪ੍ਰੋਗਰਾਮ ਦੇਖਣ ਤੇ ਸਾਡੇ ਨਾਲ ਜੁੜਨ ਲਈ ਸਬਸਕ੍ਰਾਈਬ ਕਰੋ ਚੈਨਲ ਪੰਜਾਬੀ ਤੇ ਨੋਟੀਫਿਕੇਸ਼ਨ ਲਈ ਬੈਲ ਆਈਕਨ ਵਾਲੇ ਬਟਨ ਤੇ ਕਲਿੱਕ ਕਰੋ।